ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦ ਦੇ ਅਜਿਹੇ ਲੁਕਵੇਂ ਸੱਚ ਦੇ ਬਾਰੇ, ਜਿਸ ਦੇ ਬਾਰੇ ਤੁਸੀਂ ਹਾਲੇ ਤੱਕ ਜਾਣੂ ਨਹੀਂ ਹੋ ਸਕੇ, ਤੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਉਸੇ ਹੀ ਲੁਕਵੇਂ ਸੱਚ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਵਿਵਾਦ ਛਿੜਿਆ ਹੋਇਆ, ਇਸ ਦੀ ਜੜ ਕਿੱਥੇ ਹੈ, ਕਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ, ਇਸ ਵਿਵਾਦ ਦੇ ਸ਼ੁਰੂ ਹੋਣ ਦੇ ਪਿੱਛੇ ਕਾਰਨ ਕੀ ਹੈ, ਕਿਹੜੇ ਵਿਅਕਤੀ ਨੇ, ਕਿਹੜੇ ਵੱਡੇ ਲੀਡਰ ਨੇ ਇਸ ਵਿਵਾਦ ਦੀ ਸਕ੍ਰਿਪਟ ਲਿਖੀ ਹੈ, ਕੀ ਕਾਰਨ ਨੇ ਕਿ ਇਸ ਵਿਵਾਦ ਦੇ ਪਿੱਛੇ ਕਿਸ ਲੀਡਰ ਨੂੰ ਹੀਰੋ ਬਣਾਉਣ ਜਾ ਰਹੀ ਹੈ ਹਾਈ ਕਮਾਨ ਤੇ ਕਿਸ ਲੀਡਰ ਨੂੰ ਜ਼ੀਰੋ ਬਣਾਉਣ ਜਾ ਰਹੀ ਹੈ ਹਾਈ ਕਮਾਨ, ਤੇ ਕਿਉਂ। ਇਸ ਪੂਰੇ ਵਿਵਾਦ ਦੇ ਗੱਲਬਾਤ ਕਰਾਂਗੇ ਤੇ ਕੁਝ ਕਾਂਗਰਸ, ਪੰਜਾਬ ਕਾਂਗਰਸ ਦੇ ਵੱਡੇ ਲੀਡਰ ਤੇ ਰਾਜਸਥਾਨ ਕਾਂਗਰਸ ਦੇ ਕੁਝ ਵੱਡੇ ਲੀਡਰਾਂ ਦੇ ਵੀ ਇਸ ਦੇ ਵਿੱਚ ਅਹਿਮ ਰੋਲ ਨੇ। ਕੌਣ ਕੌਣ ਉਹ ਲੀਡਰ ਨੇ ਤੇ ਕੀ ਕੀ ਰੋਲ ਨੇ ਉਹਨਾਂ ਦੇ, ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਇੱਕ ਇੱਕ ਕਰਕੇ ਕੜੀ ਦਰ ਕੜੀ ਜਿਹੜੀ ਇਹ ਕਹਾਣੀ ਪੂਰੀ ਜਿਹੜੀ ਹੈ, ਪੂਰੀ ਸਕ੍ਰਿਪਟ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਐਕਸਕਲੂਸਿਵ ਵੀ ਸਾਡੇ ਨਾਲ ਮੌਜੂਦ ਰਹਿਣਗੇ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਤੇ ਤੁਹਾਨੂੰ ਇਸ ਲੁਕਵੇਂ ਸੱਚ ਤੋਂ ਜਾਣੂ ਕਰਵਾਉਣ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਜਿਹੜਾ ਮੈਂ ਜਿਵੇਂ ਤੁਸੀਂ ਓਪਨਿੰਗ ਤੋਂ ਅੰਦਾਜ਼ਾ ਲਾ ਹੀ ਲਿਆ, ਆਪਣੇ ਦਰਸ਼ਕਾਂ ਨੇ ਵੀ ਅੰਦਾਜ਼ਾ ਲਾ ਹੀ ਲਿਆ ਵੀ ਗੱਲਬਾਤ ਆਪਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦ ਦੀ ਕਰਨ ਜਾ ਰਹੇ ਹਾਂ। ਕਹਿੰਦੇ ਦੀ ਸਕ੍ਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ। ਇਹਦੀ ਸ਼ੁਰੂਆਤ, ਇਹਦੀ ਜੜ ਕਿੱਥੋਂ ਹੋਈ? ਦੇਖੋ ਸਿੱਧੂ ਸਾਹਿਬ, ਜਿਹੜੀ ਇਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜਿਹੜੀ ਨਾ ਉਹ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਜਦੋਂ ਦਰਸ਼ਕਾਂ ਦੀਆਂ ਜਿਹੜੀਆਂ ਟਿੱਪਣੀਆਂ ਜਿਹੜੀਆਂ ਆਉਂਦੀਆਂ ਨੇ ਤਾਂ ਉਹ ਐਕਚੁਅਲੀ ਸਾਡੀ ਫੀਡਬੈਕ ਜੋ ਉਹਨਾਂ ਨੂੰ ਸਾਨੂੰ ਮਿਲਦੀ, ਸਾਡੇ ਵਾਸਤੇ ਆਕਸੀਜਨ ਦਾ ਕੰਮ ਕਰਦੀ ਹੈ। ਔਰ ਜੋ ਅਸੀਂ ਆਪਣੇ ਇਸ ਪ੍ਰੋਗਰਾਮ ਲੁਕਵੇਂ ਸੱਚ ਦੇ ਅੰਤਰਗਤ ਜਿਹੜੀ ਵੀ ਕੋਈ ਇਨਫੋਰਮੇਸ਼ਨ, ਕੋਈ ਸੂਚਨਾ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ, ਉਹ ਤੱਥਾਂ ਦੇ ਆਧਾਰ ਹੁੰਦੀ ਹੈ। ਕੇਵਲ ਸੁਪਨਮਈ ਦੁਨੀਆ ਨਹੀਂ ਹੁੰਦੀ, ਕੁਛ ਨਾ ਕੁਛ ਤਾਂ ਉਹਦਾ ਬੇਸ ਹੁੰਦਾ ਹੈ। ਹੁਣ ਉਹ ਬੇਸ ਕਦੋਂ ਪੂਰਾ ਜਾ ਕੇ ਹੁੰਦਾ, ਇਹ ਸਾਡੇ ਹੱਥ 'ਚ ਨਹੀਂ ਆ। ਅਸੀਂ ਕੇਵਲ ਸਥਿਤੀਆਂ ਜੋ ਪਰਦੇ ਦੇ ਪਿੱਛੇ ਸੱਚ ਹੈ ਉਹਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣਾ ਹੁੰਦਾ। ਹੁਣ ਉਹ ਸੱਚ ਕਦੋਂ ਹਕੀਕਤ ਦੇ ਰੂਪ 'ਚ ਅਖਤਿਆਰ ਕਰਦਾ, ਇਹ ਸਾਡੇ ਹੱਥ 'ਚ ਨਹੀਂ ਆ। ਅਸੀਂ ਕੇਵਲ ਉਸ ਸੱਚ ਨੂੰ ਪੇਸ਼ ਕਰਨਾ। ਇਹ ਗੱਲ ਮੈਂ ਸਟਾਰਟਿੰਗ ਤੋਂ ਤਾਂ ਕੀਤੀ। ਤੁਹਾਨੂੰ ਜਿਵੇਂ ਪ੍ਰੋਗਰਾਮ ਦਾ ਆਪਣਾ ਨਾਮ ਆ ਵੀ ਅਸੀਂ ਲੁਕਵਾਂ ਸੱਚ ਤੁਹਾਡੇ ਤੱਕ ਲਿਆਉਣਾ। ਹੁਣ ਉਹ ਲੁਕਵੇਂ ਸੱਚ ਤੋਂ ਪਰਦਾ ਕਦੋਂ ਹਟਦਾ ਹੈ, ਇਹ ਤਾਂ ਦੇਖਣ ਵਾਲੀ ਗੱਲ ਨਹੀਂ। ਤਾਂ ਇਹ ਗੱਲ ਕਹਿਣ ਦੀ ਤਾਂ ਲੋੜ ਪਈ ਕਿ ਜਿਸ ਤਰੀਕੇ ਨਾਲ ਅਸੀਂ ਕੁਝ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਤਾਂ ਕੁਝ ਸਾਡੇ ਦਰਸ਼ਕ ਕਹਿ ਰਹੇ ਸੀ ਕਿ ਤੁਸੀਂ ਗਲਤ ਜਿਹੜੀਆਂ ਸੂਚਨਾਵਾਂ ਦਿੰਦੇ। ਜਿਸ ਤਰ੍ਹਾਂ ਅਸੀਂ ਪ੍ਰਗਟ ਸਿੰਘ ਦੇ ਸੰਦਰਭ 'ਚ ਗੱਲ ਕੀਤੀ ਸੀ ਕਿ ਪ੍ਰਗਟ ਸਿੰਘ ਨਵੀਂ ਪਾਰਟੀ ਬਣਾ ਸਕਦਾ। ਸੋ ਕਹਿਣ ਦਾ ਅਰਥ ਇਹ ਹੈ ਕਿ ਮੈਂ ਆਪਣੇ ਦਰਸ਼ਕਾਂ ਨੂੰ ਇਹ ਕਹਿ ਉਹ ਵੀ ਦੱਸ ਦਈਏ ਕਿ ਉਹ ਵੀ ਜਿਹੜੀ ਖਬਰ ਸੀ ਉਹ ਵੀ ਤੱਥਾਂ ਦੇ ਆਧਾਰਿਤ ਸੀ। ਉਹ ਵੀ ਜਿਹੜੀ ਮੀਟਿੰਗ ਦੇ ਵਿੱਚ ਵੀ ਸਾਨੂੰ ਅੱਜ ਵੀ ਪਤਾ ਵੀ ਕੌਣ ਕੌਣ ਉਸ ਮੀਟਿੰਗ ਦੇ ਵਿੱਚ ਸੀ, ਕੀ ਕੁਝ ਗੱਲਾਂ ਬਾਤਾਂ ਹੋਈਆਂ, ਸਾਰੀਆਂ ਗੱਲਾਂ ਬਾਤਾਂ ਸਾਡੇ ਸਾਹਮਣੇ। ਉਸ ਮੀਟਿੰਗ ਤੋਂ ਜਾਂ ਤਾਂ ਪ੍ਰਗਟ ਸਿੰਘ ਆ ਕੇ ਸਾਹਮਣੇ ਕਹਿ ਦੇਣ ਕਿ ਇਹ ਗੱਲਾਂ ਬਾਤਾਂ ਨਹੀਂ ਹੋਈਆਂ, ਡਿਨਾਈ ਕਰ ਦੇਣ ਜੇਕਰ ਸਾਡੀ ਇਹ ਖਬਰ ਝੂਠੀ ਹੈ ਤਾਂ। ਜੀ ਤਾਂ ਕਹਿਣ ਦਾ ਅਰਥ ਹੈ ਕਿ ਕੇਵਲ ਸਾਡੀ ਪ੍ਰੋਗਰਾਮ ਹੀ ਲੁਕਵਾਂ ਸੱਚ ਹੈ। ਔਰ ਲੁਕਵਾਂ ਸੱਚ ਉਹ ਹੈ ਜਿਹੜਾ ਪਰਦੇ ਦੇ ਪਿੱਛੇ ਹੈ ਤੇ ਜਿਹੜਾ ਦਰਸ਼ਕਾਂ ਦੇ ਸਾਹਮਣੇ ਨਹੀਂ ਆਇਆ। ਬਾਕੀ ਉਹ ਸੱਚ ਹਕੀਕਤ 'ਚ ਕਦੋਂ ਬਦਲਦਾ, ਇਹ ਤਾਂ ਉਹ ਉਹਨਾਂ ਕਿਰਦਾਰਾਂ ਤੇ ਨਿਰਭਰ ਹੈ ਕਿ ਜਿੰਨਾ ਕਿਰਦਾਰਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਉਣਾ ਸਿੱਧੂ ਸਾਹਿਬ, ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਕਿ ਇਹ ਜੋ ਕੁਝ ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਸੰਦਰਭ 'ਚ ਹੋਇਆ, ਇਸ ਦੀ ਜਿਹੜੀ ਸਕ੍ਰਿਪਟ ਹੈ ਜਾਂ ਇਹਦੀ ਅਸਲੀ ਜੜ ਕਿੱਥੇ ਹੈ, ਮਤਲਬ ਇਹਦੇ ਸੰਬੰਧੀ ਗੱਲਬਾਤ ਕਰੀਏ ਤਾਂ ਬਿਲਕੁਲ ਸਿੱਧੂ ਸਾਹਿਬ ਇਹ ਗੱਲ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਇਹਦੇ ਸੰਬੰਧੀ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਇਹ ਵੀ ਇੱਕ ਗੱਲ ਹੈ ਕਿ ਰਾਜਨੀਤੀ ਦੇ ਵਿੱਚ ਜੋ ਕੁਝ ਸਿੱਧੂ ਸਾਹਿਬ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ, ਅਸਲ 'ਚ ਉਹ ਹੁੰਦਾ ਨਹੀਂ। ਉਹਦੇ ਪਿੱਛੇ ਉਹਦੀਆਂ ਤਣੀਆਂ ਕਿੱਥੇ ਨੇ, ਉਹਦੇ ਜਿਹੜੇ ਤੰਦਾਂ ਨੇ ਕਿਹਦੇ ਹੱਥ 'ਚ ਨੇ, ਡੋਰਾਂ ਕਿਹਦੇ ਹੱਥ 'ਚ ਨੇ, ਇਹ ਪਤਾ ਨਹੀਂ ਹੁੰਦਾ। ਤੇ ਜਦੋਂ ਅਸੀਂ ਸਿੱਧੂ ਔਰ ਕੈਪਟਨ ਅਮਰਿੰਦਰ ਦੇ ਵਾਦ ਵਿਵਾਦ ਨੂੰ ਦੇਖਦੇ ਹਾਂ ਤਾਂ ਇਹ ਸਾਰੀ ਸਥਿਤੀ ਦੇ ਸਿਨੈਰੀਓ ਨੂੰ ਤੁਸੀਂ ਬੜੀ ਨੀਝ ਨਾਲ ਜੇਕਰ ਜਾਂਚਦੇ ਜੀ ਤਾਂ ਇੱਕ ਤੱਥ ਸਾਹਮਣੇ ਆਉਂਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹਾ ਸ਼ਕਤੀਸ਼ਾਲੀ ਕਦਾਵਰ ਨੇਤਾ ਜਿਹਦੇ ਸਾਹਮਣੇ ਕੋਈ ਬੰਦਾ ਅੱਜ ਤੱਕ ਆਵਾਜ਼ ਜਿਹੜੀ ਉਠਾਉਣ ਦੀ ਸਮਰੱਥਾ ਨਹੀਂ ਰੱਖ ਸਕਿਆ। ਉਠਾਉਣ ਦੀ ਸਮਰੱਥਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਸੇ ਸਮੇਂ ਰੱਖੀ,
ਅਖੀਰ ਬੀਬੀ ਰਜਿੰਦਰ ਕੌਰ ਪੱਠਲ ਦਾ ਵੀ ਜੋ ਹਾਲ ਬਾਅਦ ਚ ਕੀਤਾ ਗਿਆ ਜਦੋਂ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ। ਤਾਂ ਫਿਰ ਇਹ ਸਾਰੇ ਸੰਦਰਭ 'ਚ ਇੱਕ ਸਮਾਂ ਅਜਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਤਾਜ ਬਾਦਸ਼ਾਹ, ਅਸੀਂ ਕਹਿ ਸਕਦੇ ਬੇਤਾਜ ਬਾਦਸ਼ਾਹ ਬਣ ਕੇ ਵੀ ਉਹ ਵਿਚਰਦੇ ਰਹੇ ਔਰ ਕਾਂਗਰਸ ਦਾ ਪੂਰਨ ਵਿਸ਼ਵਾਸ ਉਹਦੇ ਤੇ ਗਿਆ। ਫਿਰ ਇੱਕਦਮ ਕੀ ਹੋਇਆ ਕਿ ਇੰਨਾ ਕੁਝ ਇੱਕਦਮ ਹੀ ਸਾਰਾ ਕੁਝ ਉਹਨਾਂ ਦੇ ਖਿਲਾਫ ਉਲਟ ਹੋ ਗਿਆ। ਜੇਕਰ ਪੰਜਾਬ ਕਾਂਗਰਸ ਦੇ 80 ਵਿਧਾਇਕ ਦੇ 55 ਵਿਧਾਇਕ ਅਗਰ ਉਹਨਾਂ ਦੇ ਖਿਲਾਫ ਭੁਗਤ ਰਹੇ ਆ ਤਾਂ ਸਿੱਧੂ ਸਾਹਿਬ ਇਹ ਬੜੀ ਵੱਡੀ ਗੱਲ ਆ ਔਰ ਕਿਸੇ ਵਿਧਾਇਕ 'ਚ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਕਦਾਵਰ ਨੇਤਾ ਦੇ ਖਿਲਾਫ ਬੋਲ ਸਕੇ ਜਾਂ ਉਹਨਾਂ ਦੇ ਖਿਲਾਫ ਗੱਲ ਕਰ ਸਕੇ। ਤਾਂ ਇਹ ਸਾਰੇ ਸੀਨ ਨੂੰ ਜਦੋਂ ਆਪਾਂ ਵੇਖਦੇ ਹਾਂ ਜੋ ਅੱਜ ਦੀਆਂ ਸਥਿਤੀਆਂ ਮੰਚ ਤੇ ਪੇਸ਼ ਨੇ ਜਾਂ ਜੋ ਸਭ ਕੁਝ ਸਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ, ਅਸਲ ਦੇ ਵਿੱਚ ਸਿੱਧੂ ਸਾਹਿਬ ਇਹ ਸਕ੍ਰਿਪਟ ਅੱਜ ਦੀ ਨਹੀਂ ਹੈ ਕਿ ਕੇਵਲ 7 ਅਪ੍ਰੈਲ ਤੋਂ ਬਾਅਦ ਦੀ ਨਹੀਂ ਹੈ ਕਿ SIT ਦੀ ਰਿਪੋਰਟ ਨੇ ਹਾਈ ਕੋਰਟ ਵੱਲੋਂ ਖਾਰਜ ਹੋਣਾ ਤੇ ਨਵਜੋਤ ਸਿੱਧੂ ਨੇ ਖੜੇ ਹੋ ਜਾਣਾ ਸੀ। ਨਹੀਂ, ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਇਹ ਉਦੋਂ ਹੀ ਇਸ ਵਾਦ ਵਿਵਾਦ ਦੀਆਂ ਲੱਗਦੀਆਂ ਨੇ ਜਦੋਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ। ਸਭ ਤੋਂ ਪਹਿਲਾ ਪੱਖ ਇਹ ਸੀ ਕਿ ਉਸ ਸਮੇਂ ਚਾਹੇ ਪ੍ਰਸ਼ਾਂਤ ਕਿਸ਼ੋਰ ਸੀ ਚਾਹੇ ਕੋਈ ਵੀ ਬੰਦੇ ਸਨ, ਉਹਨਾਂ ਨੇ ਪੰਜਾਬ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਇਹ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਕਾਂਗਰਸ ਨੂੰ ਉਹਦੇ ਵਿੱਚੋਂ ਮਨਫੀ ਕੀਤਾ ਗਿਆ। ਇਹ ਜਿਹੜੀ ਗੱਲ ਸੀ ਇਹ ਵੀ ਹਾਈਕਮਾਨ ਨੂੰ ਬੜੀ ਪਿੰਚ ਕੀਤੀ ਕਿ ਕਿਤੇ ਵੀ ਹਾਈਕਮਾਨ ਕਾਂਗਰਸ ਦਾ ਜਿਹੜਾ ਨਾਮ ਸੀ ਉਹ ਨਹੀਂ ਸੀ। ਫਿਰ ਦੂਜਾ ਤੱਥ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਇੰਚਾਰਜ ਜਿਹੜੀ ਬੀਬੀ ਆਸ਼ਾ ਕੁਮਾਰੀ ਨੂੰ ਲਿਆਂਦਾ ਗਿਆ ਤਾਂ ਆਸ਼ਾ ਕੁਮਾਰੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਇੱਕ ਰਾਜਸੀ ਪਰਿਵਾਰ ਦੇ ਜਿਹੜੇ ਸੰਬੰਧ ਸਨ, ਕਿਉਂਕਿ ਉਹਦਾ ਜਿਹੜਾ ਤਾਲੁਕਾਤ ਹੈ ਬੀਬੀ ਆਸ਼ਾ ਕੁਮਾਰੀ ਦੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਰਾਜ ਪਰਿਵਾਰ ਹੈ ਵੀਰਭੱਦਰ ਸਿੰਘ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦਾ ਤਾਲੁਕ ਸੀ ਤਾਂ ਵੀਰਭੱਦਰ ਸਿੰਘ ਦੇ ਪਰਿਵਾਰ 'ਚ ਕੈਪਟਨ ਦੇ ਆਪਣੇ ਪਰਿਵਾਰਕ ਰਿਸ਼ਤੇ ਨੇ। ਤਾਂ ਬੀਬੀ ਆਸ਼ਾ ਕੁਮਾਰੀ ਜਦੋਂ ਆਈ ਤਾਂ ਬੀਬੀ ਆਸ਼ਾ ਕੁਮਾਰੀ ਦੇ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਅਜਿਹੀ ਧੜੇਬਾਜ਼ੀ ਨੂੰ ਜਨਮ ਦਿੱਤਾ ਔਰ ਹਰ ਨੇਤਾ ਨੂੰ, ਚਾਹੇ ਉਹ ਵਿਧਾਇਕ ਸੀ ਚਾਹੇ ਕੋਈ MP ਸੀ ਚਾਹੇ ਕਿੱਦੇ ਵੀ ਕਾਟ ਦਾ ਨੇਤਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਸਿਆਸੀ ਕਤਲ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰ ਸੀ ਉਹ ਨਹੀਂ ਛੱਡੀ। ਔਰ ਬੀਬੀ ਆਸ਼ਾ ਕੁਮਾਰੀ ਜਿਹੜੀ ਕੈਪਟਨ ਦੇ ਹੱਕ ਵਿੱਚ ਭੁਗਤਦੀ ਰਹੀ, ਉਹਦੇ ਨਾਲ ਵੀ ਜਿਹੜੀਆਂ ਸਥਿਤੀਆਂ ਸੀ ਕਾਂਗਰਸ ਹਾਈਕਮਾਨ ਦੇ ਉੱਤੇ ਚੱਕ ਪਹੁੰਚਿਆ ਤਾਂ ਨਿਰਾਸ਼ਾ ਦੇ ਜਿਹੜੇ ਜਨ ਸੀ। ਕੈਪਟਨ ਅਮਰਿੰਦਰ ਸਿੰਘ ਇੱਕ ਸਮੇਂ ਅਜਿਹੇ ਸ਼ਕਤੀਸ਼ਾਲੀ ਇੰਨੇ ਰੂਪ 'ਚ ਹੋ ਗਏ ਸਨ ਕਿ ਉਹਨਾਂ ਵੱਲੋਂ ਹਾਈਕਮਾਨ ਦੇ ਵੀ ਜਿਹੜੇ ਹੁਕਮ ਸਨ ਉਹ ਦਰਕਨਾਰ ਕੀਤੇ ਜਾਣੇ ਸ਼ੁਰੂ ਹੋ ਗਏ ਸਨ ਔਰ ਸਮਝਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੀ ਕੰਮਕਾਜ ਦੇ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਸਮੇਂ ਪਾਸਾ ਪਲਟ ਕੇ ਆਪਣੇ ਵਿਧਾਇਕਾਂ ਦੇ ਨਾਲ ਭਾਜਪਾ ਵੱਲ ਜਾ ਸਕਦੇ ਨੇ ਜਾਂ ਭਾਜਪਾ ਵੱਲ ਜਾ ਸਕਦੇ ਜਾਂ ਉਦੋਂ ਦੀ ਜਿਹੜੀ ਸਥਿਤੀ ਸੀ ਭਾਜਪਾ ਦੀ ਉਹ ਹੁਣ ਜਿੰਨੀ ਮਾੜੀ ਨਹੀਂ ਸੀ। ਉਦੋਂ ਕਿਸਾਨ ਅੰਦੋਲਨ ਜਾਂ ਨਵੇਂ ਖੇਤੀ ਕਾਨੂੰਨ ਜਿਹੜੇ ਆਏ ਨਹੀਂ ਸੀ, ਉਦੋਂ ਸਥਿਤੀ ਥੋੜੀ ਜਿਹੀ ਭਾਜਪਾ ਦੀ ਠੀਕ ਸੀ ਤੇ ਮੋਦੀ ਦਾ ਉਦੋਂ ਜਾਦੂ ਵੀ ਚੱਲਦਾ ਨਜ਼ਰ ਆ ਰਿਹਾ ਸੀ 2019 ਤੱਕ ਜੀ। ਤਾਂ ਉਸ ਵਕਤ ਵੀ ਮਤਲਬ ਜਿਹੜੀ ਇਹ ਚੀਜ਼ਾਂ ਜਿਹੜੀਆਂ ਕਾਂਗਰਸ ਹਾਈਕਮਾਨ ਦੇ ਨੋਟਸ ਤੇ ਵੇ ਸਨ ਜਿਹਦੇ ਕਰਕੇ ਬੜੀ ਹੇਠੀ ਹੋਈ, ਕਿਉਂਕਿ ਕਾਂਗਰਸ ਹਾਈਕਮਾਨ ਕੋਈ ਹਾਈਕਮਾਨ ਹੈ ਹੀ ਨਹੀਂ, ਉਹ ਕੇਵਲ ਇੱਕ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਹੈ ਔਰ ਦੋ ਭੈਣ ਭਰਾ ਜਿਹੜੇ ਨੇ ਉਹ ਇੱਕ ਪਾਸੇ ਨੇ ਮਾਤਾ ਦੀ ਜਿਹੜੀ ਸੁਰ ਹੋ ਸਕਦੀ ਆ ਕਿ ਕੈਪਟਨ ਅਮਰਿੰਦਰ ਦੇ ਨਾਲ ਥੋੜੀ ਬਹੁਤੀ ਰਲਦੀ ਹੋਵੇ, ਪਰ ਸਮੁੱਚੇ ਤੌਰ ਤੇ ਜਿਹੜੇ ਦੂਜੇ ਦੋ ਵਿਅਕਤੀ ਸਨ ਉਹਨਾਂ ਦੀ ਸੁਰ ਜਿਹੜੀ ਸੀ ਉਹਨਾਂ ਨੇ ਬੜਿਆਂ ਮੁੱਦਿਆਂ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਉਹਨਾਂ ਦੀ ਹੇਠੀ ਜਿਹੜੀ ਹੋ ਰਹੀ ਆ। ਤਾਂ ਫਿਰ ਸਿੱਧੂ ਸਾਹਿਬ ਅਬਾਰਤ ਜਿਹੜੀ ਇਸ ਸਕ੍ਰਿਪਟ ਦੀ ਅਬਾਰਤ ਆ ਇਹ ਉਦੋਂ ਤੋਂ ਹੀ ਲਿਖਣੀ ਸ਼ੁਰੂ ਹੋ ਗਈ ਔਰ ਇਸ ਦਾ ਸਿਖਰ ਉਸ ਵਕਤ ਆਇਆ ਜਦੋਂ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਉਠਾ ਲਾ ਕੇ ਹਰੀਸ਼ ਰਾਵਤ ਨੂੰ ਇੱਥੇ ਬੁਲਾ ਕੇ ਭੇਜਿਆ ਗਿਆ। ਹਰੀਸ਼ ਰਾਵਤ ਇੱਕ ਤੁਰਪ ਦਾ ਪੱਤਾ ਸੀ ਜੋ ਸਾਡੇ ਜਾਣਕਾਰ ਸੂਤਰ ਜਾਂ ਹੁਣ ਜੋ ਸਕ੍ਰਿਪਟ ਦੇ ਤੱਥ ਜਿਹੜੇ ਸਾਹਮਣੇ ਆ ਰਹੇ ਤੁਰਪ ਦਾ ਪੱਤਾ ਸੀ ਜਿਸ ਨੂੰ ਹਾਈਕਮਾਨ ਨੇ ਕੁਝ ਖਾਸ ਨਿਰਦੇਸ਼ਾਂ ਦੇ ਤਹਿਤ ਇੱਥੇ ਭੇਜਿਆ ਤੁਸੀਂ ਔਰ ਉਹਦੇ ਵੱਲੋਂ ਆਉਂਦਿਆਂ ਹੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਮੀਟਿੰਗ 'ਚ ਗੱਲ ਵੀ ਆ ਵਿਚਾਰ ਚਰਚਾ 'ਚ ਗੱਲ ਕਰਦੇ ਰਹੇ ਕਿ ਉਹਨਾਂ ਵੱਲੋਂ ਆਉਂਦੇ ਹੀ ਨਵਜੋਤ ਸਿੱਧੂ ਨਾਲ ਗੱਲਬਾਤ ਕੀਤੀ ਗਈ ਵਾਰ-ਵਾਰ ਤੋਂ ਖਤਮ ਕਰਨ ਭੁੱਖ ਦੱਸਣਾ ਸ਼ੁਰੂ ਕਰਤਾ ਇਹ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਭੁੱਖ ਜੀ। ਤੇ ਸਿੱਧੂ ਸਾਹਿਬ ਗੱਲ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਨਵਜੋਤ ਸਿੱਧੂ ਹਰੀਸ਼ ਰਾਵਤ ਦੇ ਆਉਣ ਤੋਂ 2 ਮਹੀਨੇ ਜਾਂ 1 ਮਹੀਨਾ ਪਹਿਲਾਂ ਘਰ ਨਹੀਂ ਸੀ ਬੈਠਾ, ਉਹਨੂੰ 2 ਸਾਲ ਹੋ ਚਲੇ ਸਨ ਆਪਣੇ ਘਰ ਬੈਠੇ। ਤਾਂ 2 ਸਾਲ ਜਦੋਂ ਘਰ ਬੈਠੇ ਹੋ ਚਲੇ ਸਨ ਤਾਂ ਉਸਦੀ ਕੋਈ ਵੀ ਪੁੱਛਗਿੱਛ ਜਾਂ ਕਿਸੇ ਵੀ ਮੁੱਦੇ ਤੇ ਉਹਦੀ ਗੱਲ ਨਹੀਂ ਸੀ ਤੇ ਈਵਨ ਕਿ ਉਹਦੇ ਵੱਲੋਂ ਵੀ ਕੋਈ ਟਵੀਟ ਜਾਂ ਕੋਈ ਬਿਆਨ ਨਹੀਂ ਸੀ ਕੀਤਾ ਜਾ ਰਿਹਾ ਕਿਸੇ ਮੌਕੇ ਦੀ। ਤੇ ਮੌਕਾ ਇੱਥੇ ਇਹ ਜਿਹਾ ਸੀ, ਮੌਕਾ ਇਹ ਨਹੀਂ ਸੀ ਹੋਣਾ ਕਿ ਨਵਜੋਤ ਸਿੱਧੂ ਘਰ ਬੈਠੇ ਇੰਨਾ ਸ਼ਕਤੀਸ਼ਾਲੀ ਹੋ ਗਿਆ, ਕੋਈ ਅਜਿਹੀ ਗੱਲ ਨਹੀਂ ਸੀ। ਇਸ ਦੀ ਸਕ੍ਰਿਪਟ ਉਸ ਦਿਨ ਲਿਖੀ ਜਾਣੀ ਸ਼ੁਰੂ ਹੋਈ ਜਿਸ ਦਿਨ ਮੋਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਜਦੋਂ ਹੋਈਆਂ ਔਰ ਨਵਜੋਤ ਸਿੱਧੂ ਵੱਲੋਂ ਸਟੇਜ ਉੱਤੇ ਰਾਹੁਲ ਗਾਂਧੀ ਦੇ ਸਾਹਮਣੇ ਇਹ ਗੱਲ ਕਹੀ ਸੀ ਕਿ ਇਹ ਮੈਚ ਜਿਹੜਾ 2020 ਹੈ ਉਹ ਖੇਡ ਰਹੇ ਨੇ, ਫਰੈਂਡਲੀ ਮੈਚ ਖੇਡ ਰਹੇ ਆ। ਤਾਂ ਉਸ ਵਕਤ ਤੱਕ ਹਾਈਕਮਾਨ ਨੂੰ ਪੂਰਨ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਬੰਧਾਂ ਦਾ
ਜਿਹੜਾ ਪਤਾ ਲੱਗ ਚੁੱਕਾ ਸੀ। ਆਵਾਜ਼ ਜਿਹੜੀ ਉਦੋਂ ਤੋਂ ਨਿਕਲਣੀ ਸ਼ੁਰੂ ਹੋ ਗਈ। ਅੱਜ ਕੱਲ੍ਹ ਨੂੰ ਮੈਂ ਫਿਰ ਆਪਣੇ ਦੂਜੇ ਮੁੱਦੇ ਵੱਲ ਆਉਣਾ ਕਿ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾ ਕੇ ਭੇਜਿਆ ਗਿਆ। ਔਰ ਦੇਖੋ ਉਸ ਸਮੇਂ ਤੱਕ ਨਵਜੋਤ ਸਿੱਧੂ ਆਪਣੇ ਘਰ ਬੈਠਾ, ਹਰੀਸ਼ ਰਾਵਤ ਆਉਂਦਾ ਤੇ ਹਰੀਸ਼ ਰਾਵਤ ਦੇ ਆਉਂਦਾ ਹੀ ਮੀਟਿੰਗਾਂ ਜਿਹੜੀਆਂ ਨਵਜੋਤ ਸਿੱਧੂ ਨਾਲ ਹੁੰਦੀਆਂ, ਨਵਜੋਤ ਸਿੱਧੂ ਨਾਲ ਹੁੰਦੀਆਂ ਨੇ ਤਾਂ ਨਵਜੋਤ ਸਿੱਧੂ ਨੂੰ ਪਿਆਰ ਨਾਲ ਮੁਹੱਬਤ ਨਾਲ ਪੁਚਕਾਰ ਕੇ ਉਹ ਕੈਪਟਨ ਅਮਰਿੰਦਰ ਦੇ ਜਿਹੜਾ ਮਹਿਲ ਨੇ ਉਹਦੇ ਵਿੱਚ ਵਾੜਦੇ ਨੇ, ਉਹਨਾਂ ਦਾ ਮੇਲ ਜਿਹੜਾ ਮੀਟਿੰਗ ਜਿਹੜੀ ਫਿਕਸ ਕਰਾਈ ਜਾਂਦੀ। ਔਰ ਉਸ ਤੋਂ ਮਗਰੋਂ ਜਿਹੜਾ ਮੁੱਦਾ ਇਹ ਪ੍ਰਚਾਰ ਕੀਤਾ ਜਾਂਦਾ ਕਿ ਨਵਜੋਤ ਸਿੱਧੂ ਡਿਪਟੀ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ, ਉਹਨਾਂ ਨੂੰ ਪਾਰਟੀ ਵਿੱਚ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾਂਦੀ। ਕੇਵਲ ਇਹ ਗੱਲ ਹਰੀਸ਼ ਰਾਵਤ ਦੀ ਕੇਵਲ ਬਿਆਨਾਂ ਤੱਕ ਰਹੀ, ਕਿਉਂਕਿ ਇਸ ਦੇ ਉਲਟ ਕੁਝ ਵੀ ਜਿਹੜੀ ਗੱਲ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਵੀ ਗੱਲ ਦਾ ਹਾਂ ਪੱਖੀ ਜਵਾਬ ਨਹੀਂ ਸੀ ਦਿੱਤਾ ਜਾਂਦਾ। ਉਹ ਕੇਵਲ ਔਰ ਕੇਵਲ ਇਹਦੇ ਨਵਜੋਤ ਸਿੱਧੂ ਦੇ ਪ੍ਰਤੀ ਨਕਾਰਾਤਮਕ ਸੋਚ ਹੀ ਰੱਖਦੇ ਨੇ। ਹਾਲਾਂਕਿ ਨਵਜੋਤ ਸਿੱਧੂ ਵੱਲੋਂ ਜਾ ਕੇ ਕੈਪਟਨ ਦੇ ਨਾਲ ਚਾਹ ਵੀ ਪੀਤੀ ਗਈ, ਫੋਟੋਆਂ ਵੀ ਖਿਚਾਈਆਂ ਗਈਆਂ, ਪਰ ਸਿੱਧੂ ਸਾਹਿਬ ਉਸ ਵਕਤ ਜਿਹੜੀ ਸਕ੍ਰਿਪਟ ਸੀ ਉਹ ਉਦੋਂ ਆਪਣੇ ਜਿਸ ਤਰ੍ਹਾਂ ਕਲਾਈਮੈਕਸ ਹੈ ਨਾਟਕ ਦਾ, ਜਿਹੜਾ ਕਲਾਈਮੈਕਸ ਆ ਉਹ ਉਦੋਂ ਤੱਕ ਆਉਣਾ ਸ਼ੁਰੂ ਹੋ ਗਿਆ ਸੀ। ਔਰ ਇਸ ਸਕ੍ਰਿਪਟ ਦਾ, ਇਸ ਨਾਟਕ ਦਾ ਮਤਲਬ ਸਿਰਫ ਔਰ ਸਿਰਫ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਰਾਜ ਵਿੱਚ ਹੀ ਉਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਗੈਰ ਸ਼ਕਤੀਸ਼ਾਲੀ ਬਣਾ ਦਿੱਤਾ ਜਾਵੇ, ਕਿ ਉਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਘੱਟ ਕੀਤੀਆਂ ਜਾਣ। ਜਿਹੜਾ ਉਹਨਾਂ ਦਾ ਇੱਕ ਕਦਾਵਰ ਹੋਣ, ਨੇਤਾ ਹੋਣ ਦਾ ਜਿਹੜਾ ਇੱਥੇ ਇੱਕ ਭਰਮ ਸੀ, ਉਸ ਭਰਮ ਨੂੰ ਤੋੜਿਆ ਜਾਵੇ ਔਰ ਉਹਨਾਂ ਦਾ ਸਾਹਮਣੇ ਅਜਿਹੀ ਸਥਿਤੀ ਕ੍ਰੀਏਟ ਕਰ ਦਿੱਤੀ ਜਾਵੇ ਕਿ ਜਿਹੜਾ ਉਹਨਾਂ ਦੇ ਮਨ ਵਿੱਚ ਇੱਕ ਸ਼ਕਤੀਸ਼ਾਲੀ ਹੋਣ ਦਾ ਭਰਮ ਸੀ ਉਹ ਟੁੱਟ ਜਾਵੇ। ਤਾਂ ਬਿਲਕੁਲ ਕਲਾਈਮੈਕਸ ਉਸ ਵਕਤ ਸਾਹਮਣੇ ਆਇਆ ਕਿ ਜਦੋਂ 7 ਅਪ੍ਰੈਲ ਨੂੰ ਹਾਈ ਕੋਰਟ ਵੱਲੋਂ ਜਿਹੜੀ SIT ਦੀ ਰਿਪੋਰਟ ਰੱਦ ਹੁੰਦੀ ਹੈ, ਔਰ ਰਿਪੋਰਟ ਰੱਦ ਹੋਣ ਤੋਂ ਬਾਅਦ ਇੱਕਦਮ ਨਵਜੋਤ ਸਿੱਧੂ ਪਰਦੇ ਤੋਂ ਬਾਹਰ ਆਉਂਦੇ, ਸਟੇਜ ਤੇ ਆਉਂਦੇ ਨੇ ਤੇ ਨਿੱਤ ਇਹਨਾਂ ਮੁੱਦਿਆਂ ਦੀ ਆਪਣੀ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਨੇ, ਆਪਣੀ ਸਰਕਾਰ ਨੂੰ ਰੋਜ਼ ਘੇਰਦੇ ਨੇ, ਰੋਜ਼ ਟਵੀਟ ਕਰਦੇ ਨੇ, ਔਰ ਕੈਪਟਨ ਅਮਰਿੰਦਰ ਦੀ ਕਿਸੇ ਵੀ ਨਿੱਜੀ ਸ਼ਖਸੀਅਤ ਦੇ ਖਿਲਾਫ ਉਹ ਕੋਈ ਬਿਆਨਬਾਜ਼ੀ ਨਹੀਂ ਕਰਦੇ। ਉਸ ਵਕਤ ਤੱਕ ਕੈਪਟਨ ਅਮਰਿੰਦਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਖਿਲਾਫ ਕਿਹੜੀ ਸਾਜ਼ਿਸ਼ ਜਿਹੜੀ ਆ ਹਾਈ ਕਮਾਂਡ ਰਚ ਰਹੀ ਹੈ ਜਾਂ ਪਰਦੇ ਦੇ ਪਿੱਛੇ ਮੇਰੇ ਖਿਲਾਫ ਕੀ ਹੋ ਰਿਹਾ। ਔਰ ਉਹਨਾਂ ਦਾ ਇੱਕ ਬੜਾ ਬੇਤੁਕਾ ਬਿਆਨ ਜਦੋਂ ਆਉਂਦਾ ਕਿ ਕਾਂਗਰਸ ਦੇ ਦਰਵਾਜ਼ੇ ਨਵਜੋਤ ਸਿੱਧੂ ਵਾਸਤੇ ਬੰਦ ਆ, ਇਹ ਜਿਹੜਾ ਬਿਆਨ ਉਹਨਾਂ ਦਾ ਆਉਂਦਾ ਇੱਕ ਬੜੀ ਉਸ ਭਰਮ ਦੀ ਸਥਿਤੀ ਦੇ ਵਿੱਚ ਆਉਂਦਾ ਕਿ ਜਦੋਂ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਸ਼ਾਇਦ ਉੱਤੇ ਮੇਰੀ ਕਹਿਣ ਵਾਲੀ ਪੂਰਨ ਤੌਰ ਤੇ ਗੱਲਬਾਤ ਆ, ਮੈਂ ਪਾਰਟੀ 'ਚ ਉਸ ਨੂੰ ਬਾਹਰ ਦਾ ਰਸਤਾ ਦਿਖਾ ਸਕਣਾ। ਪਰ ਉਸ ਦੇ ਬਿਆਨ ਤੋਂ ਕੁਝ ਦਿਨ ਬਾਅਦ ਜਾਂ ਇੰਨੇ ਦਿਨਾਂ ਬਾਅਦ ਵੀ ਨਵਜੋਤ ਸਿੱਧੂ ਆਪਣੀ ਉਸੇ ਝਾਲ ਨਾਲ ਚੱਲਦਾ ਤੇ ਨਿੱਤ ਨਵੇਂ ਟਵੀਟਾਂ ਦੇ ਨਾਲ ਕੈਪਟਨ ਅਮਰਿੰਦਰ ਦੀ ਸਥਿਤੀ ਨੂੰ ਹੋਰ ਚਿੰਤਾਜਨਕ ਜਾਂ ਹੋਰ ਗੰਭੀਰ ਬਣਾ ਦਿੰਦਾ। ਤਾਂ ਸਿੱਟਾ ਕੀ ਨਿਕਲਦਾ, ਪੰਜਾਬ ਦੇ 55 ਵਿਧਾਇਕ ਜਿਹੜੇ ਨੇ, ਚਾਹੇ ਉਹ ਮੰਤਰੀ ਨੇ, ਉਹ ਸਾਰੇ ਕੈਪਟਨ ਦੇ ਖਿਲਾਫ ਹੋ ਜਾਂਦੇ ਨੇ। ਤਾਂ ਇਹ ਜੋ ਕੁਝ ਹੈਗਾ ਇਹ ਕੇਵਲ ਔਰ ਕੇਵਲ ਇਹ ਚੰਦ ਦਿਨਾਂ ਦੀ ਖੇਡ ਨਹੀਂ ਸੀ। ਕਿਸ ਤਰ੍ਹਾਂ ਖੇਡ ਸੀ ਕਿ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਦਾ ਪੂਰਨ ਤੌਰ ਤੇ ਥਾਪੜਾ ਸੀ ਕਿ ਇਸ ਤਰੀਕੇ ਨਾਲ ਇਸ ਨੇਤਾ ਨੂੰ ਉਭਾਰਿਆ ਜਾਵੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਕਮਜ਼ੋਰ ਕੀਤਾ ਜਾਵੇ, ਕਿਉਂਕਿ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਜਿੱਥੋਂ ਤੱਕ ਉਹ ਸਮਝਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਆਉਂਦੇ ਸੰਦਰਭਾਂ ਵਿੱਚ ਉਹਨਾਂ ਵਾਸਤੇ ਕੇਵਲ ਚੱਲੇ ਹੋਏ ਕਾਰਤੂਸ ਨੇ। ਔਰ ਨਵਜੋਤ ਸਿੱਧੂ ਇੱਕ ਅਜਿਹਾ ਉਹਨਾਂ ਕੋਲ ਇੱਕ ਚਿਹਰਾ ਹੈਗਾ ਜਿਹੜਾ ਅਜੇ 10 ਸਾਲ ਇੱਕ ਵੱਡੀ ਗੇਮ ਜਿਹੜੀ ਆ ਰਾਜਨੀਤੀ ਪਾਰੀ ਜਿਹੜੀ ਆ ਉਹ ਖੇਡ ਸਕਦਾ। ਘੱਟੋ ਘੱਟ ਪੰਜਾਬ ਰਾਜ ਦੇ ਵਿੱਚ ਉਸ ਦਾ ਇੱਕ ਮਜ਼ਬੂਤ ਆਧਾਰ ਹੈਗਾ। ਉਮਰ ਦਾ ਪੱਖ ਔਰ ਕੈਪਟਨ ਅਮਰਿੰਦਰ ਦੀ ਜਿਹੜੀ ਕਾਰਜਸ਼ੈਲੀ ਦੇ ਖਿਲਾਫ ਉੱਠਦੀਆਂ ਵਿਦਰੋਹ ਦੀਆਂ ਸੁਰਾਂ ਨੇ ਉਹਨੂੰ ਕੈਪਟਨ ਅਮਰਿੰਦਰ ਦੀ ਨਿੱਜੀ ਸ਼ਖਸੀਅਤ ਨੂੰ, ਉਹਦੀ ਰਾਜਸੀ ਸ਼ਖਸੀਅਤ ਨੂੰ ਥੱਲੇ ਕੀਤਾ। ਔਰ ਨਵਜੋਤ ਸਿੱਧੂ ਦਾ ਜਿਹੜਾ ਕੱਦ ਆ ਉਹ ਦਿਨ ਬ ਦਿਨ ਸਿਰਫ ਹਾਈ ਕਮਾਂਡ ਦੇ ਥਾਪੜੇ ਦੇ ਨਾਲ ਵਾਧਾ ਪਿਆ। ਇਹਦੇ ਵੱਲੋਂ ਅਸੀਂ ਬੜੀ ਗੱਲ ਕਰ ਚੁੱਕੇ, ਕਿਉਂਕਿ ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਥਰੂ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਦੇ ਆਇਆ ਸੀ, ਸੋਨੀਆ ਗਾਂਧੀ ਦੀ ਗੱਲ ਨਹੀਂ ਸੀ। ਔਰ ਪੂਰਨ ਤੌਰ ਤੇ ਉਸ ਨੂੰ ਥਾਪੜਾ ਜਿਹੜਾ ਮਿਲਦਾ ਰਿਹਾ। ਤੁਸੀਂ ਦੇਖੋ ਕਿ ਜਦੋਂ ਬਿਆਨ ਆਏ ਉਹ ਹਰੀਸ਼ ਰਾਵਤ ਜਦੋਂ ਦੁਬਾਰਾ ਇਸ ਲੜਾਈ ਤੋਂ ਬਾਅਦ ਸਰਗਰਮ ਹੋਇਆ ਤਾਂ ਉਹਨਾਂ ਨੇ ਇਹ ਗੱਲ, ਹਰੀਸ਼ ਰਾਵਤ ਨੇ ਬੜੀ ਇਹ ਗੱਲ ਕਹੀ ਕਿ ਜਿਹੜਾ ਨਵਜੋਤ ਸਿੱਧੂ ਆ ਸਾਡੇ ਵਾਸਤੇ, ਸਾਡੀ ਪਾਰਟੀ ਵਾਸਤੇ ਇੱਕ ਬੜਾ ਸਨਮਾਨਿਤ ਚਿਹਰਾ ਹੈ, ਪਾਰਟੀ ਚੋਂ ਕੱਢਣ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ, ਉਹਨਾਂ ਤੋਂ ਬਿਨਾਂ ਹੀ ਸੋਚ ਹੀ ਨਹੀਂ ਸਕਦੇ। ਖੈਰ ਇਹ ਤਾਂ ਹੋਗੀ ਨਵਜੋਤ ਸਿੱਧੂ ਦੀ ਗੱਲ। ਫਿਰ ਇਹਦੇ ਵਿੱਚ ਇੱਕ ਐਂਟਰੀ ਹੋਰ ਹੁੰਦੀ ਹੈ ਸੁਖਜਿੰਦਰ ਸਿੰਘ ਰੰਧਾਵੇ ਦੀ। ਸੁਖਜਿੰਦਰ ਸਿੰਘ ਰੰਧਾਵਾ ਜਦੋਂ ਉੱਤਰਾਖੰਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕਿਸੇ ਸਮੇਂ ਸੁਖਜਿੰਦਰ ਸਿੰਘ ਦਾ ਖਾਸਮ ਖਾਸ ਉਹਨਾਂ ਦੇ ਮਿੱਤਰ ਰਹੇ ਨੇ, ਉਹਨਾਂ ਦਾ ਖਾਸ ਕੈਂਪ ਤੇ ਮੰਨੇ ਜਾਂਦੇ ਜਿਵੇਂ ਤ੍ਰਿਪਤ ਸਿੰਦਰ ਬਾਜਵਾ ਮੰਨਿਆ ਜਾਂਦਾ। ਉਸ ਸਮੇਂ ਕੀ ਹੋਇਆ ਕਿ ਇੱਕ ਵਾਰੀ ਉੱਤਰਾਖੰਡ ਦੇ ਵਿੱਚ ਜਦੋਂ ਹਰੀਸ਼ ਰਾਵਤ ਨੂੰ ਭੇਜਿਆ ਜਾਣਾ ਸੀ ਤਾਂ ਬਕਾਇਦਾ ਤੌਰ ਤੇ ਸੁਖਜਿੰਦਰ ਸਿੰਘ ਰੰਧਾਵੇ ਦੀ ਜਿਹੜੀ ਡਿਊਟੀ ਆ ਉਸ ਹਵਾਈ ਫੇਰੇ 'ਚ ਲਗਾਈ ਜਾਂਦੀ ਹੈ। ਹਵਾਈ ਫੇਰੇ 'ਚ ਲਗਾਈ ਸੀ ਜੀ, ਅਮਰਿੰਦਰ ਸਿੰਘ ਲਗਾਉਂਦਾ, ਉਹ ਛੱਡਣ ਜਾਂਦੇ ਨੇ। ਬਸ ਉਹ ਜਿਹੜੀ ਹਵਾਈ ਫੇਰੀ ਹੈ ਸੁਖਜਿੰਦਰ ਸਿੰਘ ਰੰਧਾਵੇ ਦੀ ਹਰੀਸ਼ ਰਾਵਤ ਦੇ ਨਾਲ, ਉਹ ਬਹੁਤ ਕੁਝ ਪਰਦੇ ਦੇ ਪਿੱਛੇ ਹੋਰ ਸੀਨਾਂ ਨੂੰ ਜਾਂ ਹੋਰ ਅਜਿਹੇ ਕਿਰਦਾਰਾਂ ਨੂੰ ਜਾਂ ਅਜਿਹੇ ਤੱਥਾਂ ਨੂੰ ਜਨਮ ਦਿੰਦੀ ਹੈ ਜਿਹੜੀ ਕੈਪਟਨ ਜਿਹੜਾ ਉਹਨਾਂ ਨੂੰ ਭੁੱਲ ਕੇ ਵੀ ਉਹਨੂੰ ਪਤਾ ਨਹੀਂ ਮਹਿਸੂਸ ਹੁੰਦਾ ਕਿ ਉਹਦੇ ਖਿਲਾਫ ਕਿਹੜੀ ਜਿਹੜੀ ਖਿਚੜੀ ਜਿਹੜੀ ਆ ਉਹ ਪੱਕ ਰਹੀ ਹੈ।
ਔਰ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਵੀ ਉਸ ਮੁੱਦੇ ਦੇ ਕੈਪਟਨ ਸਰਕਾਰ ਨਾਲ ਨਾਰਾਜ਼ ਹੋ ਕੇ ਬਾਹਰ ਆ ਜਾਂਦੇ ਨੇ ਔਰ ਆਪਣੇ ਅਸਤੀਫੇ ਦੀ ਜਿਹੜੀ ਪੇਸ਼ਕਸ਼ ਕਰ ਦਿੰਦੇ। ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੱਟੜ ਵਿਰੋਧੀ ਨੇ ਕੈਪਟਨ ਅਮਰਿੰਦਰ ਦੇ, ਉਹ ਵੀ ਬਾਹਰ ਆ ਜਾਂਦੇ। ਸ਼ਮਸ਼ੇਰ ਸਿੰਘ ਦੂਲੋ ਬੋਲਣ ਲੱਗ ਪੈਂਦੇ ਨੇ, ਚਰਨਜੀਤ ਸਿੰਘ ਚੰਨੀ ਬੋਲਣ ਲੱਗ ਪੈਂਦਾ, ਠੀਕ ਹੈ ਜੀ, ਅਰਨਾ ਚੌਧਰੀ ਬੋਲਣ ਲੱਗ ਪੈਂਦੇ ਨੇ। ਫਿਰ ਸਾਰੇ ਹੌਲੀ ਪ੍ਰਗਟ ਸਿੰਘ ਬੋਲਣ ਲੱਗ ਪੈਂਦੇ ਨੇ। ਤਾਂ ਉਹਨਾਂ ਦੇ ਬੋਲਣ ਦਾ ਜਿਹੜਾ ਪ੍ਰਤੀਕਰਮ ਹੈ, ਇਹ ਇਕੱਲੇ ਕੇਵਲ ਮੁੱਦਾ ਉਹ ਨਹੀਂ ਹੈ ਜੋ ਤੁਸੀਂ ਸਾਹਮਣੇ ਦੇਖ ਰਹੇ ਜੇ। ਮੁੱਦਾ ਐਕਚੁਅਲੀ ਹਾਈ ਕਮਾਨ ਦੀਆਂ ਉਹਨਾਂ ਤੰਦਾਂ ਦਾ ਜਿਸ ਤਰੀਕੇ ਨਾਲ ਖੇਡਿਆ, ਉਹਨਾਂ ਨੇ ਗੇਮ ਖੇਡੀ ਜਾ ਰਹੀ ਸੀ ਉਹਨਾਂ ਵੱਲੋਂ। ਔਰ ਮੋਹਰੇ ਕੇਵਲ ਇਹ ਸਨ ਜਿਨ੍ਹਾਂ ਚ ਨਵਜੋਤ ਸਿੱਧੂ ਵੀ ਮੋਹਰਾ ਸੀ, ਪ੍ਰਗਟ ਸਿੰਘ ਵੀ, ਚਰਨਜੀਤ ਸਿੰਘ ਚੰਨੀ ਵੀ, ਪ੍ਰਤਾਪ ਬਾਜਵਾ ਵੀ। ਔਰ ਇਹਨਾਂ ਦਾ ਜਿਹੜਾ ਸੂਤਰਧਾਰ ਸੀ ਉਹ ਤਾਂ ਦਿੱਲੀ ਬੈਠਾ ਸੀ, ਪਰ ਉਹ ਸੂਤਰਧਾਰ ਦਾ ਜਿਹੜਾ ਪੱਤਾ ਸੀ, ਜਿਹੜਾ ਗਾਂ, ਉਹ ਹਰੀਸ਼ ਰਾਵਤ ਸੀ, ਜਿਹੜਾ ਪੰਜਾਬ ਦੇ ਵਿੱਚ ਗੇਮ ਖੇਡਦਾ ਪਿਆ ਸੀ, ਜਿਹਦੇ ਰਾਹੀਂ ਗੇਮ ਜਿਹੜੀ ਹਾਈਕਮਾਨ ਖੇਡਦੀ ਪਈ ਸੀ। ਔਰ ਕੈਪਟਨ ਨੂੰ ਰੋਜ਼ ਇਹ ਚੀਜ਼ਾਂ ਦੇ ਨਾਲ ਕਮਜ਼ੋਰ ਜਿਹੜਾ ਕੀਤਾ ਜਾ ਰਿਹਾ ਸੀ। ਕੈਪਟਨ ਦੇਖੋ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕਿ ਸ਼ਾਇਦ ਆਪਣੇ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਦੋਂ 2002 ਦੇ ਵਿੱਚ ਕੈਪਟਨ ਸਰਕਾਰ ਬਣੀ ਤਾਂ ਕੈਪਟਨ ਨੂੰ ਉਦੋਂ ਵੀ ਅਜਿਹੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ। ਤਾਂ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਟੈਲੀਫੋਨ ਮਸ਼ੀਨ ਦੀ ਜਿਹੜੀ ਰਿਕਾਰਡਿੰਗ ਕਰਨ ਵਾਲੀ ਗੱਲ ਉੱਠੀ ਸੀ, ਇੱਕ ਜਿਹੜੀ ਕਾਲਾਂ ਰਿਕਾਰਡਿੰਗ ਕਰਦੀ ਸੀ, ਤਾਂ ਉਹ ਮਸ਼ੀਨ ਜਿਹੜੀ ਬੁਲਾਈ ਗਈ। ਤਾਂ ਉਹ ਮਸ਼ੀਨ ਜਿਹੜੀ ਆਪਣੇ ਹੀ ਬੰਦਿਆਂ ਦੀਆਂ CIDs ਜਿਹੜੀਆਂ ਕਰਨ ਵਾਸਤੇ ਉਹਦਾ ਵਰਤੋਂ ਕੀਤੀ ਗਈ। ਤਾਂ ਉਹ ਬਹੁਤ ਰੌਲਾ ਪਿਆ 2007 ਦੇ ਵਿੱਚ। ਤਾਂ ਉਸ ਦਾ ਸਿੱਟਾ ਜਿਹੜਾ ਸੀ ਉਹ ਇਹ ਨਿਕਲਿਆ ਕਿ ਕਾਂਗਰਸ ਦੇ ਵਿੱਚ ਬਗਾਵਤ ਹੋਈ। ਇਹੋ ਜਿਹੇ ਜਿਹੜੇ ਯਤਨ ਸੀ ਕੈਪਟਨ ਅਮਰਿੰਦਰ ਵੱਲੋਂ ਇਸ ਸਰਕਾਰ ਦੇ ਵਿੱਚ ਵੀ, ਇਸ ਦੌਰ 'ਚ ਵੀ ਕੀਤੇ ਗਏ ਕਿ ਜਦੋਂ ਉਹਨਾਂ ਵੱਲੋਂ ਕੁਝ ਬੰਦਿਆਂ ਦੀ CID ਜਿਹੜਾ ਖੁਫੀਆ ਤੰਤਰ ਆ ਉਹ ਵੀ ਸਰਗਰਮ ਕੀਤਾ ਗਿਆ ਉਹਨਾਂ ਦੇ ਖਿਲਾਫ। ਪਰ ਇਸ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਜਿਹੜੇ ਨੇ ਉਹ ਧੋਖਾ ਖਾ ਕੇ ਸਥਿਤੀਆਂ ਨੂੰ ਪਛਾਣ ਨਹੀਂ ਸਕੇ, ਜਾਂ ਆਪਣੇ ਵਿਰੁੱਧ ਜੋ ਜਾਲ ਹਾਈਕਮਾਨ ਦੀ ਰਜ਼ਾਮੰਦੀ ਨਾਲ ਉੜਿਆ ਜਾ ਰਿਹਾ ਸੀ ਉਹ ਕੁਝ ਤੋੜ ਨਹੀਂ ਸਕੇ। ਔਰ ਇੱਕ ਹੋਰ ਤਾਜ਼ਾ ਖਬਰ ਮੈਂ ਆਪਣੀ ਨਾਲ ਗੱਲ ਤੁਹਾਡੇ ਨਾਲ ਕਰਾਂ। ਇਹਦੇ ਵਿੱਚ ਰਾਜਸਥਾਨ ਦੇ ਜਿਹੜੇ ਵਿਧਾਇਕ ਨੇ, ਮਿਸਟਰ ਹਰੀ ਚੌਧਰੀ, ਕੋਈ ਇਸ ਤਰ੍ਹਾਂ ਦਾ ਨਾਮ ਆ, ਉਹ ਵੀ ਐਕਟਿਵ ਹੋਈ। ਉਹਨੇ ਵੀ ਇਕੱਲੇ ਵਿਧਾਇਕਾਂ ਨਾਲ ਮੁਲਾਕਾਤ, ਪੰਜਾਬ ਦੇ ਵਿੱਚ ਉਹ ਵੀ ਜਿਹੜਾ ਪਹਿਲਾਂ ਅਹਿਮ ਰੋਲ ਨਿਭਾ ਕੇ ਗਏ ਸੀਗੇ ਇੱਥੇ। ਜੀ। ਤਾਂ ਉਹਨਾਂ ਦਾ ਰੋਲ ਵੀ ਜਿਹੜਾ ਉਹਨੂੰ ਹੈਗਾ ਉਹ ਵੀ ਵਿਧਾਇਕਾਂ ਨੂੰ ਮਿਲੇ, ਔਰ ਖਾਸ ਤੌਰ ਤੇ ਉਹਨਾਂ ਵਿਧਾਇਕਾਂ ਨੂੰ ਮਿਲੇ ਕਿ ਜਿਹੜੇ ਕੈਪਟਨ ਵਿਰੋਧੀ ਨੇ, ਕੈਪਟਨ ਦੀ ਵਿਰੋਧੀ ਸੁਰ ਅਲਾਪਦੇ ਪਏ ਨੇ। ਕਹਿਣ ਦਾ ਸਿੱਧੂ ਸਾਹਿਬ ਅਰਥ ਕੇਵਲ ਔਰ ਕੇਵਲ ਇਹ ਹੈ ਕਿ ਇਹ ਜੋ ਕੁਝ ਹੋ ਰਿਹਾ, ਜੋ ਕੁਝ ਪੜਦੇ ਸਾਹਮਣੇ ਸਾਨੂੰ ਦਿਖਾ ਰਿਹਾ ਕਿ ਇਹ ਨਵਜੋਤ ਸਿੱਧੂ ਲੋਕ ਮੁੱਦਿਆਂ ਦੀ ਗੱਲ ਕਰ ਰਹੇ ਨੇ, ਜਾਂ ਚਰਨਜੀਤ ਸਿੰਘ ਦੱਤ ਵਰਗ ਦੀ ਗੱਲ ਕਰ ਰਿਹਾ, ਜਾਂ ਇਹੋ ਜਿਹੇ ਜਿਹੜੇ ਬਿਆਨ ਨੇ ਕਿ SIT ਦੀ ਗੱਲ ਜਿਹੜੀ ਹੋ ਗਈ ਜੀ ਰਿਪੋਰਟ, ਇਹ ਕੇਵਲ ਔਰ ਕੇਵਲ ਉਹ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਦਿਖਾਈਆਂ ਜਾਣ ਵਾਲੀਆਂ ਨੇ। ਪਰ ਅਸਲ ਦੇ ਪੜਦੇ ਦੇ ਪਿੱਛੇ ਅਸਲ ਦੀ ਜਿਹੜੀ ਕਹਾਣੀ ਸੀ, ਕਹਾਣੀ ਕੇਵਲ ਔਰ ਕੇਵਲ ਇਹੋ ਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਔਰ ਉਹਨਾਂ ਦੇ ਮੁਕਾਬਲੇ 2022 ਦੀਆਂ ਚੋਣਾਂ ਦੇ ਵਿੱਚ ਇੱਕ ਅਜਿਹੇ ਕਦਾਵਰ ਨੇਤਾ ਨੂੰ ਖੜਾ ਕੀਤਾ ਜਾਵੇ ਜਿਹੜਾ ਘੱਟ ਤੋਂ ਘੱਟ 10 ਜਾਂ 15 ਸਾਲ ਇਸ ਭਾਰਤੀ ਰਾਜਨੀਤੀ ਵਿੱਚ ਰਹਿ ਕੇ ਇੱਕ ਜ਼ਬਰਦਸਤ ਟੱਕਰ ਜਿਹੜੀ ਆ ਉਹ ਵਿਰੋਧੀ ਧਿਰ ਨੂੰ ਦੇ ਸਕੇ। ਔਰ ਉਹ ਵਿਰੋਧੀ ਧਿਰ ਦਾ ਨੇਤਾ ਸਿੰਘ ਸਾਹਿਬ, ਤੁਸੀਂ ਇਸ ਤਰ੍ਹਾਂ ਮੰਨ ਲਓ ਹੁਣ ਆਪਣੇ ਇੱਥੇ ਮੈਂ ਤੁਹਾਨੂੰ 1 ਮਿੰਟ ਦੀ ਰੋਕਣਾ ਚਾਹੂੰਗਾ, ਕਿਉਂਕਿ ਬਹੁਤ ਸਾਰੇ ਲੋਕ, ਆਪਣੇ ਦਰਸ਼ਕ, ਇਹ ਆਪਣੀ ਜਾਣਕਾਰੀ ਸੁਣ ਕੇ ਇਹ ਵੀ ਕਹਿੰਦੇ ਹੋਣਗੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ 70 ਤੋਂ 80 ਵਿਧਾਇਕ 2017 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਦਿੱਤੇ। 13 ਦੇ ਵਿੱਚੋਂ 8 ਸੀਟਾਂ ਕਾਂਗਰਸ ਹਾਈ ਕਮਾਨ ਨੂੰ ਜਿੱਤ ਕੇ ਉਹਨਾਂ ਦੀ ਝੋਲੀ ਪਾਈਆਂ। ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਕਿਉਂ ਕਰਨਗੇ? ਆਪਣੇ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਜੀ। ਉਸ ਦਾ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਇੱਕ ਜਿਹੜਾ ਦੌਰ ਪਿੱਛੇ ਲੰਘਿਆ, ਉਹਨਾਂ ਵਿੱਚ ਇੱਕ ਇਹੋ ਸੰਦੇਸ਼ ਦਿੱਤਾ ਗਿਆ ਕੈਪਟਨ ਹੀ ਕਾਂਗਰਸ ਹੈ ਤੇ ਕਾਂਗਰਸ ਹੀ ਕੈਪਟਨ ਹੈ ਪੰਜਾਬ ਦੇ ਵਿੱਚ। ਤੁਹਾਨੂੰ ਇਹ ਵੀ ਇੱਕ ਯਾਦ ਹੋਊਗੀ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਨਵਜੋਤ ਸਿੱਧੂ ਨੇ ਜਦੋਂ ਕਿਹਾ ਕਿ ਕੈਪਟਨ ਮੇਰਾ ਕੈਪਟਨ ਰਾਹੁਲ ਗਾਂਧੀ ਆ, ਤਾਂ ਉਸ ਵਕਤ ਵੀ ਇਸ ਬਿਆਨ ਦੀ ਜਿਹੜੀ ਨਾ ਬੜੀ ਕਿਰਕਰੀ ਹੋਈ। ਕੈਪਟਨ ਤਾਂ ਪੰਜਾਬ ਦੇ ਵਿੱਚ ਇੱਕ ਕਿਹਾ ਕਿ ਉਹਨੇ ਕਿਹਾ ਕਿ ਕੈਪਟਨ ਰਾਹੁਲ ਗਾਂਧੀ। ਅਸਲ 'ਚ ਕਾਰਨ ਇਹ ਅਸਲ ਸਭ ਕਿ ਜਿਹੜੇ ਮਤਭੇਦ ਨੇ ਇਹ ਨਿੱਜੀ ਪੱਧਰ ਤੇ ਆ ਚੁੱਕੇ ਹਨ। ਇਹ ਰਾਹੁਲ ਗਾਂਧੀ ਔਰ ਜਿਹੜੇ ਕੈਪਟਨ ਅਮਰਿੰਦਰ ਦੇ ਵਿਚਕਾਰ ਜਿਹੜੇ ਮਤਭੇਦ ਸੀ ਉਹ ਪਾਰਟੀ ਲੈਵਲ ਤੋਂ ਉੱਪਰ ਉੱਠਦਿਆਂ ਹੋਇਆਂ ਉੱਥੋਂ ਤੱਕ ਨਹੀਂ ਸਨ ਰਹੇ, ਉਹ ਨਿੱਜੀ ਪੱਧਰ ਤੱਕ ਚਲੇ ਗਏ ਸਨ। ਕਿਉਂਕਿ ਕੈਪਟਨ ਅਮਰਿੰਦਰ ਹਮੇਸ਼ਾ ਸੋਨੀਆ ਗਾਂਧੀ ਨੂੰ ਆਪਣਾ ਬੌਸ ਜਿਹੜਾ ਉਹ ਸਮਝਦੇ ਰਹੇ ਨੇ। ਰਾਹੁਲ ਗਾਂਧੀ ਨੂੰ ਉਹਨਾਂ ਨੂੰ ਸਮੇਂ-ਸਮੇਂ ਤੇ ਉਨੀ ਤਵੱਜੋ ਨਹੀਂ ਦਿੱਤੀ ਗਈ ਜਿੰਨੀ ਤਵੱਜੋ ਜਿਹੜੀ ਦਿੱਤੀ ਜਾਣੀ ਚਾਹੀਦੀ ਸੀ। ਔਰ ਵੱਡਾ ਕਾਰਨ ਸਿਰਫ ਔਰ ਸਿਰਫ ਇਹੋ ਸੀ ਕਿ 2017 ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਿਹਰੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਕੇਵਲ ਕੈਪਟਨ ਹੀ ਕਾਂਗਰਸ ਆ ਤੇ ਕਾਂਗਰਸ ਹੀ ਕੈਪਟਨ ਹੈ। ਉਸ ਵਕਤ ਉਹਨਾਂ ਨੇ ਉਸ ਕਾਂਗਰਸ ਦੀ ਗੱਲ ਨਹੀਂ ਕੀਤੀ ਕਿ ਜਿਹੜੀ ਦੇਸ਼ ਪੱਧਰੀ ਇੱਕ ਰਾਸ਼ਟਰੀ ਪਾਰਟੀ ਹੈ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਤਾਂ ਇਹ ਚੀਜ਼ਾਂ। ਔਰ ਦੂਜੇ ਪਾਸੇ ਵੇਖੋ ਰਾਜਨੀਤੀ ਦੇ ਵਿੱਚ ਸਥਿਤੀਆਂ ਬਦਲਦੇ ਆ, ਮਿੰਟ ਨਹੀਂ ਲੱਗਦਾ। ਅੱਜ ਦੀ ਅਗਰ ਖਬਰ ਵੇਖ ਲਓ ਕਿ ਅੱਜ 3 ਜਿਹੜੇ MP ਨੇ
ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਫੂਕਤੇ ਨੇ, ਜਿਨ੍ਹਾਂ ਵਿੱਚ ਰਵਨੀਤ ਬਿੱਟੂ ਤਾਂ ਪਹਿਲਾਂ ਆਪਾਂ ਕਹਿ ਰਹੇ ਹਾਂ, ਰਵਨੀਤ ਬਿੱਟੂ ਔਰ ਗੁਰਜੀਤ ਔਜਲਾ ਔਰ ਤੀਸਰਾ ਜਸਪ੍ਰੀਤ ਸਿੰਘ ਢਿੱਪਾ, ਇਹਨਾਂ ਨੇ ਅੱਜ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਇਹ ਉਹਨਾਂ ਦੇ ਹੱਕ ਦੇ ਵਿੱਚ ਹੀ ਭੁਗਤਦੇ ਦੇ ਰਹੇ, ਕਿਉਂਕਿ ਰਵਨੀਤ ਬਿੱਟੂ ਨੂੰ ਹਮੇਸ਼ਾ ਕੈਪਟਨ ਦੇ ਕੈਂਪ ਦਾ ਮੰਨਿਆ ਜਾਂਦਾ। ਪਰ ਹੁਣ ਆਉਣ ਵਾਲੇ ਸਮੇਂ 'ਚ ਸਥਿਤੀਆਂ ਕੀ ਹੋਣਗੀਆਂ ਇਹਦਾ ਅੰਦਾਜ਼ਾ ਨਹੀਂ ਲਾਇਆ। ਮੈਂ ਇਹੀ ਤੁਹਾਨੂੰ ਪੁੱਛਣ ਜਾ ਰਿਹਾ ਸੀ, ਇਹ ਸਕ੍ਰਿਪਟ ਤਾਂ ਉਹ ਸੀ ਜਿਹੜੀ ਹੁਣ ਤੱਕ ਲੋਕਾਂ ਨੇ ਦੇਖ ਲਈ ਆ, ਬੇਸ਼ੱਕ ਲੋਕਾਂ ਨੇ ਹੋਰ ਨਜ਼ਰੀਏ ਨਾਲ ਇਹ ਸਕ੍ਰਿਪਟ ਦੇਖੀ ਹੋਵੇ, ਪਰ ਆਪਾਂ ਸਕ੍ਰਿਪਟ ਜਿਹੜੀ ਹੋਰ ਨਜ਼ਰੀਏ ਨਾਲ ਦਿਖਾਈ ਹੈ। ਇਹ ਗੱਲਾਂ ਉਸ ਜਿਹੜੀਆਂ ਹੋ ਗਈਆਂ, ਪਰ ਹੁਣ ਕੀ ਲੱਗਦਾ ਹੈ ਕਿ ਜੇਕਰ ਆਪਾਂ ਸਕ੍ਰਿਪਟ ਨੂੰ ਇਸ ਪੂਰੀ ਨੂੰ ਸਮਝ ਹੀ ਚੁੱਕੇ ਹਾਂ ਤਾਂ ਫਿਰ ਇਹਦਾ ਐਂਡ ਸਕ੍ਰਿਪਟ ਦਾ ਕੀ ਹੋ ਸਕਦਾ ਹੈ ਜਿਹੜਾ ਹਲੇ ਹੋਣਾ ਹੈ। ਤੇ ਜੇਕਰ ਆਪਾਂ ਉਸ ਅੰਦਾਜ਼ਾ ਲਾ ਲਈਏ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਜੇ ਇਹ ਫਿਲਮ ਦਾ ਹੀਰੋ ਆ, ਸਕ੍ਰਿਪਟ ਦਾ ਇਹ ਹੀਰੋ ਆ, ਤਾਂ ਐਂਡ ਤੇ ਜਾ ਕੇ ਵਿਲਨ ਨਹੀਂ ਮਰਨਾ। ਹੁਣ ਇਸ ਦੇ ਵਿੱਚ ਵਿਲਨ ਕਿਸ ਨੂੰ ਬਣਾਇਆ ਗਿਆ, ਹੀਰੋ ਕਿਸ ਨੂੰ ਬਣਾਇਆ ਜਾ ਰਿਹਾ, ਤੇ ਇਸ ਸਕ੍ਰਿਪਟ ਦਾ ਐਂਡ ਕੀ ਹੋਣ ਜਾ ਰਿਹਾ? ਬੜਾ ਵਧੀਆ ਪ੍ਰਸ਼ਨ ਕੀਤਾ ਸਿੱਧੂ ਸਾਹਿਬ ਕਿ ਜਿਸ ਤਰ੍ਹਾਂ ਹੁਣ ਕਰੈਕਟਰ ਨੇ, ਨਾਟਕ ਦੇ ਕਰੈਕਟਰ ਹੁੰਦੇ, ਨਾਟਕ 'ਚ ਇੱਕ ਵਿਲਨ ਹੁੰਦਾ, ਇੱਕ ਹੀਰੋ ਹੁੰਦਾ, ਇੱਕ ਡਾਇਰੈਕਟਰ ਹੁੰਦਾ। ਹੁਣ ਡਾਇਰੈਕਟਰ ਦੀ ਵੀ ਆਪਾਂ ਗੱਲ ਕਰ ਲਈ, ਉਹਨਾਂ ਦੀ ਵੀ ਅਸੀਂ ਗੱਲ ਕਰਦੇ ਸੂਤਰ, ਕਿਉਂਕਿ ਸੰਸਕ੍ਰਿਤ ਦੇ ਨਾਟਕਾਂ ਦੇ ਵਿੱਚ ਸੂਤਰਧਾਰ ਦੀ ਗੱਲ ਹੁੰਦੀ ਹੈ, ਨਟ ਔਰ ਨਟੀ। ਉਹ ਨਟ ਸੂਤਰਧਾਰ ਤਾਂ ਕਾਂਗਰਸ ਹਾਈਕਮਾਨ ਦੇ ਦੋ ਚਿਹਰੇ ਨੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ, ਜਿਨ੍ਹਾਂ ਵਿੱਚ ਬੀਬੀ ਪ੍ਰਿਅੰਕਾ ਗਾਂਧੀ ਵੀ ਹੋ ਸਕਦੀ ਹੈ ਤੇ ਰਾਹੁਲ ਗਾਂਧੀ, ਉਹ ਤਾਂ ਮੇਨ ਸੂਤਰਧਾਰ। ਨਟ ਔਰ ਨਟੀ ਜਿਹੜੇ ਨੇ, ਜਿਹੜੇ ਮੰਚ ਤੇ ਦੱਸਦੇ ਨੇ ਕਿ ਇਦਾਂ, ਉਹ ਹਰੀਸ਼ ਰਾਵਤ ਨੇ। ਔਰ ਗੱਲ ਆ ਗਈ ਹੁਣ ਹੀਰੋ ਦੀ। ਹੀਰੋ ਤਾਂ ਸਿੱਧੂ ਸਾਹਿਬ ਉਹੀ ਆ ਜਿਸ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਵਿਰੁੱਧ ਅਸ਼ੀਰਵਾਦਨਾਮਾ ਉਠਾਈ। ਅਸ਼ੀਰਵਾਦ ਕਿਹਦਾ? ਹਾਈਕਮਾਨ ਦਾ, ਕਿਉਂਕਿ 2 ਸਾਲ ਉਹ ਬੰਦਾ ਘਰ ਬੈਠਾ, 2 ਸਾਲ ਉਹ ਬੋਲਿਆ ਨਹੀਂ। ਜਿਸ ਤਰੀਕੇ ਨਾਲ ਕਹਿੰਦੇ ਕਿ ਉਹ ਬੰਦਾ 5 ਮਿੰਟ ਨਹੀਂ, ਉਹਨੂੰ ਕਹਿੰਦੇ ਕਿ 15 ਮਿੰਟ ਚੁੱਪ ਕਰਨਾ, ਤਾਂ 5 ਮਿੰਟ ਬਾਅਦ ਪੁੱਛੇਗਾ ਭਾਈ ਸਾਹਿਬ 15 ਮਿੰਟ ਹੋ ਗਏ ਕਿ ਨਹੀਂ ਹੋ ਗਏ। ਨਵਜੋਤ ਸਿੱਧੂ ਦੀ ਇੱਕ ਇਮੇਜ ਇੱਦਾਂ ਦੀ ਹੈਗੀ ਹੈ ਕਿ ਉਹ ਚੁੱਪ ਨਹੀਂ ਕਰਦਾ, ਪਰ 2 ਸਾਲ ਉਹ ਬੰਦਾ ਚੁੱਪ ਰਿਹਾ, ਤਾਂ ਫਿਰ ਇੱਕਦਮ ਹੀ ਉਹ ਸਰਗਰਮ ਇਸ ਵਿਸ਼ਾਲ ਤਰੀਕੇ ਨਾਲ ਆਇਆ ਕਿ ਆਉਂਦਿਆਂ ਹੀ ਉਹਨੇ ਆਪਣਾ ਅਜਿਹਾ ਇਮੇਜ ਜਿਹੜਾ ਪੇਸ਼ ਕੀਤਾ। ਤੇ ਤੁਸੀਂ ਸਾਡੇ ਦਰਸ਼ਕ ਵੀ ਜਾਣਦੇ ਨੇ ਕਿ ਇਸ ਵੇਲੇ ਉਹ ਇੱਕ ਹੀਰੋ ਦੇ ਰੂਪ 'ਚ ਉੱਭਰਦਾ ਪਿਆ। ਹੀਰੋ ਦੇ ਰੂਪ 'ਚ ਇਸ ਕਰਕੇ ਨਹੀਂ ਉੱਭਰਦਾ ਪਿਆ, ਇਹ ਵੀ ਤੁਹਾਨੂੰ ਮੈਂ ਗੱਲ ਦੱਸਦਾ ਵਾਂ। ਹੀਰੋ ਦੇ ਰੂਪ 'ਚ ਇਸ ਕਰਕੇ ਨਹੀਂ ਉੱਭਰਿਆ ਕਿ ਉਹਨੇ ਲੋਕ ਮੁੱਦਿਆਂ ਦੀ ਗੱਲ ਕੀਤੀ ਹੈ, SIT ਦੀ ਰਿਪੋਰਟ ਹੋਣ ਕਰਕੇ। ਹੀਰੋ ਦੇ ਰੂਪ 'ਚ ਇਸ ਕਰਕੇ ਉੱਭਰਿਆ ਕਿ ਉਹਨੇ ਇੱਕ ਅਜਿਹੇ ਸ਼ਕਤੀਸ਼ਾਲੀ ਨੇਤਾ ਨੂੰ ਚੁਣੌਤੀ ਦਿੱਤੀ ਆ ਜਿਹਦੇ ਅੱਜ ਤੱਕ ਜਿਹਦੇ ਸਾਹਮਣੇ ਕੋਈ ਟਿਕ ਨਹੀਂ ਸੀ, ਦਾ ਖਲੋ ਨਹੀਂ ਸੀ ਪਾਉਂਦਾ, ਚਾਹੇ ਬੀਬੀ ਰਜਿੰਦਰ ਕੌਰ ਭੱਠਲ। ਰਜਿੰਦਰ ਕੌਰ ਭੱਠਲ ਬੀਬੀ ਲੈ ਜ਼ਰੂਰ ਉੱਥੇ ਬੰਦੇ ਗਈ ਸੀ, ਪਰ ਕੈਪਟਨ ਅਮਰਿੰਦਰ ਦੀ ਕਾਰਜਸ਼ੈਲੀ ਦੇ ਪ੍ਰਤੀ ਉਹਨਾਂ ਕੋਲ ਉਹ ਬੋਲ ਨਹੀਂ ਸੀ ਸਕੀ ਇਸ ਤਰੀਕੇ ਨਾਲ ਖੁੱਲ੍ਹ ਕੇ, ਜਿਸ ਤਰੀਕੇ ਨਾਲ ਇਹ ਬੋਲਦਾ। ਤਾਂ ਹੀਰੋ ਤਾਂ ਨੈਚੁਰਲੀ ਤੌਰ ਤੇ ਆਪਾਂ ਇਸੇ ਨੂੰ ਹੀ ਮੰਨਾਂਗੇ, ਨਵਜੋਤ ਸਿੱਧੂ ਨੂੰ। ਔਰ ਬਾਕੀ ਜਿਹੜੇ ਸਹਾਇਕ ਕਲਾਕਾਰ ਨੇ, ਸਹਾਇਕ ਅਦਾਕਾਰ ਨੇ, ਜਿਨ੍ਹਾਂ ਦੇ ਵਿੱਚ ਪ੍ਰਗਟ ਸਿੰਘ ਵੀ ਹੈ, ਚਰਨਜੀਤ ਸਿੰਘ ਚੰਨੀ ਵੀ, ਇਹ ਸਾਰੇ ਸਹਾਇਕ ਅਦਾਕਾਰ ਨੇ। ਤਾਂ ਵਿਲਨ ਤਾਂ ਫਿਰ ਜਿਹੜਾ ਅੱਜ ਦੀ ਡੇਟ 'ਚ ਤਾਂ ਆਪਾਂ ਉਹਨਾਂ ਨੂੰ ਵਿਲਨ ਨਹੀਂ ਕਹਿ ਸਕਦੇ। ਵਿਲਨ ਜਿਹੜਾ ਸ਼ਬਦ ਹੈ, ਮੇਰਾ ਨਹੀਂ ਖਿਆਲ ਕਿ ਅਸੀਂ ਇਸ ਸਿਨੈਰੀਓ 'ਚ ਅਸੀਂ ਵਰਤੀਏ। ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਇਹ ਗੱਲ ਆ ਗਈ ਹੈ ਕਿ ਜਿਹੜਾ ਦੂਜਾ ਹੀਰੋ ਆ, ਜਿਹੜਾ ਅਸਲ ਹੀਰੋ ਆ, ਉਹਨੂੰ ਲਿਆਂਦਾ ਜਾਵੇ ਤੇ ਦੂਜੇ ਹੀਰੋ ਨੂੰ ਹੁਣ ਸਟੇਜ ਤੋਂ ਸਾਈਡ ਤੇ ਕਰ ਦਿੱਤਾ ਜਾਵੇ, ਕਿਉਂਕਿ ਉਸਦੀ ਭੂਮਿਕਾ ਜਿਹੜੀ ਆ ਹੁਣ ਉਨੀ ਕੁ ਨਿਭ ਗਈ ਜਿੰਨੀ ਕੁ ਉਹਨੇ ਨਿਭਾਉਣੀ ਸੀ। ਹੁਣ ਜਿਹੜਾ ਸਮਾਂ ਆ ਗਿਆ ਕਿ ਇੱਕ ਨਵੇਂ ਹੀਰੋ ਨੂੰ ਪੇਸ਼ ਕਰ ਦਿੱਤਾ ਜਾਵੇ, ਕਿਉਂਕਿ ਵਿਲਨ ਜਿਹੜਾ ਸ਼ਬਦ ਆ ਉਹ ਮੈਨੂੰ ਠੀਕ ਨਹੀਂ ਲੱਗਦਾ ਕਿ ਇਸ ਸੰਦਰਭਾਂ 'ਚ ਆਪਾਂ ਕਿਸੇ ਨੇਤਾ ਵਾਸਤੇ ਵਰਤੀ। ਹੁਣ ਸਥਿਤੀ ਇਹੋ ਹੀ ਆ ਕਿ ਹੀਰੋ ਜਿਹੜਾ ਆ ਉਹ ਬਦਲਿਆ ਜਾਣਾ। ਹੀਰੋ ਬਦਲਿਆ ਜਾਏਗਾ 2022 ਦੀਆਂ ਚੋਣਾਂ ਦੇ ਵਿੱਚ। ਉਹ ਪਤਾ ਹੀ ਹੈ ਕਿ ਹੀਰੋ ਕਿਹੜਾ ਤੇ ਬਦਲਣਾ ਕਿਹਦੇ ਨਾਲ ਆ, ਕਿਉਂਕਿ ਆਪਾਂ ਬਦਲਣ ਸੰਬੰਧੀ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ। ਪਰ ਹਾਂ, ਨਵਾਂ ਹੀਰੋ ਜਿਹੜੇ ਮੰਚ ਤੇ ਜਿਹੜੇ ਆਉਣ ਵਾਸਤੇ ਸਾਰਾ ਕੁਝ ਸਟੇਜ ਜਿਹੜੀ ਸ਼ਿੰਗਾਰੀ ਜਾ ਰਹੀ ਆ, ਲਾਈਟਾਂ ਦਾ ਪ੍ਰਬੰਧ ਜਿਹੜਾ ਕੀਤਾ ਜਾ ਚੁੱਕਾ, ਸਿਰਫ ਹੁਣ ਪਰਦਾ ਚੁੱਕਣ ਦੀ ਦੇਰ ਆ ਕਿ ਆਹ ਪਰਦਾ ਹੀ ਚੁੱਕ ਦਿੱਤਾ ਜੀ ਜਾਂ ਪਰਦਾ ਸੁੱਟ ਦਿੱਤਾ ਜੀ। ਪੁਰਾਣੇ ਹੀਰੋ ਤੇ ਪਰਦਾ ਸੁੱਟ ਦਿੱਤਾ ਜਾਵੇਗਾ ਤੇ ਨਵੇਂ ਹੀਰੋ ਤੋਂ ਪਰਦਾ ਚੁੱਕ ਦਿੱਤਾ ਜਾਏਗਾ। ਨਾਇਕ ਉਹੀ ਵਿਚਰੂਗਾ ਜਿਹੜਾ 2022 ਦੀਆਂ ਚੋਣਾਂ ਦੇ ਵਿੱਚ ਆਏਗਾ। ਬੇਸ਼ੱਕ ਅੱਜ ਦੀ ਜਿਹੜੀ ਚੋਣਾਂ 2022 ਦੀਆਂ ਚੋਣਾਂ ਨੇ ਪੁਰਾਣੇ ਨਾਇਕ ਨੂੰ ਹੀ ਲੈ ਕੇ ਲੜੀਆਂ ਜਾਣ, ਕਿਉਂਕਿ ਨਾਇਕ ਦਾ ਅਸਤਿਤਵ ਜਿਹੜਾ ਲੋਕਾਂ ਦੇ ਹਿਰਦਿਆਂ ਦੇ ਵਿੱਚ ਵਸਿਆ ਹੁੰਦਾ। ਪੁਰਾਣੇ ਨਾਇਕ ਦੇ ਜਿਹੜਾ ਇਮੇਜ ਆ, ਉਹਦੀ ਤਸਵੀਰ ਨੂੰ ਤੋੜਦਾ ਜਾਂ ਦਰਸ਼ਕਾਂ ਦੇ ਜਾਂ ਪਾਠਕਾਂ ਦੇ ਮਨਾਂ ਦੇ ਵਿੱਚੋਂ ਕਿਸੇ ਪੁਰਾਣੇ ਹੀਰੋ ਦੀ ਇਮੇਜ ਨੂੰ ਤਸਵੀਰ ਤੋੜਨ ਦਾ ਕੁਝ ਸਮਾਂ ਲੱਗਦਾ, ਕਿਉਂਕਿ ਅਸੀਂ ਕਹਿ ਦਿੰਦੇ ਉਹ ਹੀਰੋ ਬਹੁਤ ਵਧੀਆ ਸੀ। ਪਰ ਨਵਾਂ ਹੀਰੋ ਜਦੋਂ ਬਿਲਕੁਲ ਤਿਆਰ ਕਰਕੇ ਸਟੇਜ ਤੇ ਲਿਆਂਦਾ ਜਾਂਦਾ, ਔਰ ਵੇਖੋ ਦੀ ਤਿਆਰੀ ਹੋ ਰਹੀ ਆ, ਤਿਆਰੀ ਉਹਦੀ ਇੱਕਦਮ ਨਹੀਂ ਹੋਈ, ਕਿਉਂਕਿ ਜੇਕਰ ਇਹੋ ਤਿਆਰੀ ਅੱਜ ਤੋਂ 2 ਮਹੀਨੇ ਪਹਿਲਾਂ ਹੁੰਦੀ ਤਾਂ ਸ਼ਾਇਦ ਲੋਕੀ ਸਤਿਕਾਰ ਨਾ ਕਰਦੇ। ਦੇਖੋ ਸਥਿਤੀਆਂ ਕਿਸ ਤਰੀਕੇ ਨਾਲ ਬਣਾਈਆਂ ਗਈਆਂ ਉਸ ਨਵੇਂ ਹੀਰੋ ਨੂੰ, ਜਿਹੜੇ ਉਹਨਾਂ ਵੱਲੋਂ ਪੂਰੀ ਗੇਮ ਜਿਹੜੀ ਖੇਡੀ ਗਈ ਹੈ। ਤੇ ਜੇ ਆਪਾਂ ਦੇ ਐਂਡ ਦੀ ਗੱਲ ਨਾ ਕਰੀਏ, ਜਿੰਨੀ ਹੁਣ ਆਪਾਂ ਸਕ੍ਰਿਪਟ ਸਮਝੀ ਆ, ਉਹਦੇ ਮੁਤਾਬਿਕ ਜੇਕਰ ਸੌਖੇ ਸ਼ਬਦਾਂ ਨੂੰ ਆਪਾਂ ਦਰਸ਼ਕਾਂ ਨੂੰ ਨਿਚੋੜ ਦੱਸਣਾ ਹੋਵੇ, ਉਹਦਾ ਮਤਲਬ ਇਹੀ ਹੈ ਕਿ ਹਾਈ ਕਮਾਨ ਖਾਸ ਕਰਕੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਲਾਈਨ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਟਰੈਕ ਤੇ ਚੜਾਉਣਾ ਚਾਹੁੰਦੇ ਸੀ। ਬਿਲਕੁਲ ਗੇਮ ਤਾਂ ਹੈ ਮਤਲਬ ਚਾਹੁੰਦੇ ਨਹੀਂ,
ਚਾਹੁੰਦੇ ਹਨ? ਦੇਖੋ ਨਾ, ਚਾਹੁੰਦੇ ਨੇ ਉਹ ਦੇਖੋ ਉਹਨਾਂ ਦੀ ਚਾਹੁੰ ਜਾਂ ਨਾ ਚਾਹੁਣ ਦੀ ਜਿਹੜੀ ਸਥਿਤੀ ਹੈ ਨਾ, ਆਪਾਂ ਬਿਲਕੁਲ ਵਿਸਥਾਰ 'ਚ ਗੱਲ ਕੀਤੀ ਆ ਕਿ ਉਹਨਾਂ ਨੇ ਹੁਣ ਪੁਰਾਣੇ ਨਾਇਕ ਨੂੰ ਬਦਲ ਕੇ ਇੱਕ ਨਵੇਂ ਨਾਇਕ ਨੂੰ ਅੱਗੇ ਲਾਉਣਾ। ਕਾਂਗਰਸ ਪਾਰਟੀ ਦੀ ਸਿੱਧੂ ਸਾਹਿਬ ਇੱਕ ਪ੍ਰੋਬਲਮ ਰਹੀ ਹੈ ਜਾਂ ਸਮੱਸਿਆ ਰਹੀ ਹੈ ਕਿ ਇਹਨਾਂ ਨੇ ਨਵੇਂ ਨੇਤਾਵਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਕੇਵਲ ਬਜ਼ੁਰਗ ਨੇਤਾ ਹੀ ਜਿਹੜੇ ਨੇ ਕਾਂਗਰਸ ਹਾਈ ਕਮਾਂਡ 'ਚ ਚੱਲਦੇ ਰਹੇ ਨੇ, ਉਹੀ ਨਾਮ ਜਿਹੜੇ ਕਪਿਲ ਸਿੱਬਲ, ਚਾਹੇ ਉਹ MP ਦੀ ਗੱਲ ਕਰ ਲਈਏ ਜੋਤੀਰਾਜ ਸਿੰਧਿਆ ਜਿਹੜੇ ਛੱਡ ਕੇ ਚਲੇ ਗਏ, ਤੇ ਚਾਹੇ ਉਹ ਆਪਾਂ ਰਾਜਸਥਾਨ ਦੇ ਵਿੱਚ ਗੱਲ ਕਰ ਲਈਏ ਜਿਹੜੇ ਸਚਿਨ ਪਾਇਲਟ ਛੱਡ ਕੇ ਜਾ ਰਹੇ ਸੀ, ਮਤਲਬ ਉਹ ਫਿਰ ਵਾਪਸ ਆ ਗਏ ਚਲੋ ਕਿਸੇ ਤਰੀਕੇ ਦੇ ਨਾਲ, ਪਰ ਉਹਨਾਂ ਨੂੰ ਅਹੁਦਾ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਗਵਾਉਣਾ ਪੈ ਗਿਆ। ਜਿਵੇਂ ਉਹਨਾਂ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਤੇ ਇੱਧਰ ਇਹਨਾਂ ਨੇ ਜਿਹੜਾ ਮੰਤਰੀ ਪਦ ਦਾ ਅਹੁਦਾ ਛੱਡਤਾ ਜੀ। ਮੈਂ ਉਹੀ ਲੱਗਾ ਨਾ, ਕਾਂਗਰਸ ਪਾਰਟੀ ਦੀ ਇਹ ਰਣਨੀਤੀ ਜਿਹੜੀ ਪੁਰਾਣੀ ਰਣਨੀਤੀ ਰਹੀ ਆ, ਜਿਹੜੀ ਸੋਨੀਆ ਗਾਂਧੀ ਸ਼ਾਇਦ ਚੱਲਦੀ ਰਹੀ, ਪਰ ਹੁਣ ਜਿਹੜੀ ਇੱਕ ਨਵੀਂ ਰਣਨੀਤੀ ਆ ਉਹਦੇ ਵਾਸਤੇ ਜਿਹੜੇ ਨਵੇਂ ਦੋ ਚਿਹਰੇ ਨੇ ਉਹ ਇਹੋ ਸੋਚਦੇ ਆ ਕਿ ਭਈ ਹਾਂ ਹੁਣ ਜਿਹੜੇ ਚਿਹਰੇ ਨੇ, ਪੁਰਾਣੇ ਚਿਹਰੇ ਜਾਂ ਬਜ਼ੁਰਗ ਹੁੰਦੇ ਜਾ ਰਹੇ, ਉਹਨਾਂ ਨੂੰ ਸਾਈਡਲਾਈਨ ਕੀਤਾ ਜਾਵੇ, ਨਵੇਂ ਚਿਹਰੇ ਨੂੰ ਲਿਆਂਦਾ ਜਾਵੇ। ਇਸ ਦਾ ਕਾਰਨ ਹੈਗਾ ਸਿਰਫ ਮੈਂ ਉਹ ਗੱਲ ਮੇਰੀ ਕੱਟਣਾ ਨਾ, ਉਸ ਦਾ ਕਾਰਨ ਇਹ ਆ ਕਿਉਂਕਿ ਇਸ ਵੇਲੇ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਮੁਕਾਬਲਾ, ਮੁੱਖ ਵਿਰੋਧੀ ਧਿਰ ਜਿਹੜੀ ਉਹ ਹੈਗੀ ਆ ਭਾਰਤੀ ਜਨਤਾ ਪਾਰਟੀ, ਭਾਜਪਾ। ਔਰ ਭਾਜਪਾ 'ਚ ਹਮੇਸ਼ਾ ਫਰੰਟ ਲਾਈਨ, ਸੈਕੰਡ ਲਾਈਨ, ਥਰਡ ਲਾਈਨ ਇਸ ਤਰੀਕੇ ਦੇ ਨਾਲ ਉਹ ਲੀਡਰਸ਼ਿਪ ਨੂੰ ਆਪਣੀ ਤਿਆਰ ਰੱਖਦੇ ਆ। ਇੱਕ ਸਮਾਂ ਫਰੰਟ ਲਾਈਨ ਦੇ ਵਿੱਚ ਜਿਸ ਤਰ੍ਹਾਂ ਅਟਲ ਬਿਹਾਰੀ ਵਾਜਪੇਈ ਦਾ ਨਾਮ ਸੀ, ਔਰ ਉਹ ਸੈਕੰਡ ਲਾਈਨ ਦੇ ਵਿੱਚ ਪ੍ਰਮੋਦ ਮਹਾਜਨ ਜਾਂ ਇਹੋ ਜਿਹੇ ਬੰਦਿਆਂ ਦੇ ਨਾਮ ਹੁੰਦੇ ਸੀ, ਸੁਸ਼ਮਾ ਸਵਰਾਜ ਪਹਿਲੀ ਲਾਈਨ ਦੇ ਬੰਦੇ ਸੀ। ਕਹਿਣ ਦਾ ਅਰਥ ਹੈ ਕਿ ਉਹਨਾਂ ਕੋਲ ਲੀਡਰਸ਼ਿਪ ਜਿਹੜਾ ਨਾ, ਜਦੋਂ ਪੁਰਾਣੀ ਲੀਡਰਸ਼ਿਪ ਨੂੰ ਸਾਈਡਲਾਈਨ ਕਰਨਾ ਤੇ ਇੱਕ ਨਵੀਂ ਲੀਡਰਸ਼ਿਪ ਉਹਨਾਂ ਵਾਸਤੇ ਤਿਆਰ ਹੁੰਦੀ ਹੈ, ਜਿਹੜੀ ਕਾਂਗਰਸ ਪਾਰਟੀ 'ਚ ਨਹੀਂ ਆ। ਤਾਂ ਸ਼ਾਇਦ ਕਾਂਗਰਸ ਪਾਰਟੀ ਹੁਣ ਇਸ ਤਰੀਕੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਸ ਤਰੀਕੇ ਨਾਲ ਚੱਲੀਏ ਆਪਣੀ ਲੀਡਰਸ਼ਿਪ, ਕਿਉਂਕਿ ਜੇਕਰ ਸਾਡੇ ਕੋਲ ਲੀਡਰਸ਼ਿਪ ਪੁਰਾਣੀ ਦੇ ਮੁਕਾਬਲੇ ਪਿੱਛੇ ਤਿਆਰ ਹੋਊਗੀ ਤਾਂ ਅਸੀਂ ਫਿਰ ਵਿਰੋਧੀਆਂ ਦਾ ਮੁਕਾਬਲਾ ਜਿਹੜਾ ਬੜਾ ਡਟ ਕੇ ਕਰ ਸਕਾਂਗੇ। ਤੁਸੀਂ ਦੇਖ ਲਓ ਕਿ ਇਸ ਵੇਲੇ ਬੀਜੇਪੀ 'ਚ ਕੇਵਲ ਦੋ ਚਿਹਰੇ ਸਾਨੂੰ ਦਿਖਾਈ ਦਿੰਦੇ ਨੇ, ਨਰਿੰਦਰ ਮੋਦੀ ਔਰ ਅਮਿਤ ਸ਼ਾਹ। ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਪਿਛਲੀ ਸਥਿਤੀ ਉੱਥੇ ਲੀਡਰਾਂ ਦੀ ਨਹੀਂ ਹੈਗਾ, ਉਹ ਉੱਥੇ ਤਿਆਰ ਹੋ ਰਹੇ ਨੇ, ਉਹ ਕਤਾਰ ਦੇ ਵਿੱਚ ਲੀਡਰ ਲੱਗੇ ਨੇ ਜਿਹੜੇ ਸੈਕੰਡ ਸਮਾਂ ਪਾ ਕੇ ਜਦੋਂ RSS ਦਾ ਇਸ਼ਾਰਾ ਮਿਲਣਾ ਇਹ ਦੋ ਬੰਦੇ ਸਾਈਡਲਾਈਨ ਕਰ ਦਿੱਤੇ ਜਾਣਗੇ ਔਰ ਉਸ ਵਕਤ ਅਗਲੇ ਬੰਦੇ ਆ ਜਾਣਗੇ। ਕਿਸੇ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦੀ ਪਛਾਣ ਸੀ। ਲਾਲ ਕ੍ਰਿਸ਼ਨ ਅਡਵਾਨੀ ਮੀਨਸ ਭਾਜਪਾ, ਭਾਜਪਾ ਮੀਨਸ ਲਾਲ ਕ੍ਰਿਸ਼ਨ ਅਡਵਾਨੀ, ਔਰ ਅੱਜ ਲਾਲ ਕ੍ਰਿਸ਼ਨ ਅਡਵਾਨੀ ਦਾ ਕੋਈ ਨਾਮ ਨਹੀਂ ਜਾਣਦਾ। ਇਹ ਹੈ ਟੈਕਨੀਕ, ਇਹ ਹੈ ਰਾਜਨੀਤੀ। ਔਰ ਰਾਜਨੀਤੀ ਕਾਂਗਰਸ ਪਾਰਟੀ ਦੀ ਸ਼ਾਇਦ ਹੁਣ ਇਸੇ ਕਰਕੇ ਹੀ ਨਵਜੋਤ ਸਿੱਧੂ ਨੂੰ ਅੱਗੇ ਲਿਆਉਂਦੇ ਚੱਲਣਾ ਚਾਹ, ਕਿਉਂਕਿ ਪੁਰਾਣੇ ਚਿਹਰਿਆਂ ਨੇ ਦੇਖ ਲਿਆ ਪੁਰਾਣੇ, ਕਿਉਂਕਿ ਜਦੋਂ ਜੋਤੀਰਾਜ ਸਿੰਧਿਆ ਦੀ ਗੱਲ ਹੋਈ, ਜਿਹੜੀ ਤੁਸੀਂ ਗੱਲ ਕੀਤੀ, ਜਾਂ ਸਚਿਨ ਪਾਇਲਟ ਦੀ ਗੱਲ ਆਈ, ਤਾਂ ਉਸ ਵੇਲੇ ਰਾਹੁਲ ਗਾਂਧੀ ਦੀ ਮੰਨੀ ਨਹੀਂ ਗਈ, ਬੀਬੀ ਸੋਨੀਆ ਗਾਂਧੀ ਨੇ ਨਹੀਂ ਬਣੀ, ਜਿਸ ਕਾਰਨ ਉਹਨਾਂ ਨੂੰ ਖਮਿਆਜਾ ਜਿਹੜਾ ਭੁਗਤਣਾ ਪਿਆ। ਸੋ ਇਸ ਵੇਲੇ ਕਾਂਗਰਸ ਹਾਈਕਮਾਨ ਪੂਰਨ ਤੌਰ ਤੇ ਜਿਹੀ ਸਕ੍ਰਿਪਟ ਲਿਖ ਕੇ ਇੱਕ ਅਜਿਹੇ ਨਾਇਕ ਨੂੰ ਆਪਣੀ ਸਟੇਜ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਸਿਆਸੀ ਮੰਚ ਤੇ ਉਤਾਰਨ ਦੀ ਪੂਰਨ ਤੌਰ ਤੇ ਕੋਸ਼ਿਸ਼ ਆ, ਜਿਹਦੇ ਬਾਰੇ ਅਸੀਂ ਗੱਲ ਕੀਤੀ, ਜਿਹਦੇ ਬਾਰੇ ਸਕ੍ਰਿਪਟ ਜਿਹੜੀ ਲਿਖੀ ਜਾ ਚੁੱਕੀ ਹੈ। ਬਾਕੀ ਅਖੀਰ 'ਚ ਇਹੋ ਹੀ ਕਹਾਂਗਾ ਕਿ ਫਿਲਮ ਅਜੇ ਬਾਕੀ ਹੈ, ਪੜਦਾ ਅਜੇ ਡਿੱਗਾ ਹੈ। ਜੀ ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜੇ, ਇਸ ਅਹਿਮ ਤੇ ਖਾਸ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਰਾਏ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦ ਦੇ ਲੁਕਵੇਂ ਸੱਚ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਤੇ ਆਪਣੇ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਦੇ ਵਿਚਾਰ ਤੇ ਇਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।